ਜਿਨ੍ਹਾਂ ਨੇ ਆਪਣੀ ਜਾਨਾਂ ਗਵਾਈਆਂ, ਸ਼ਹੀਦ ਹੋਏ, ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁਝ ਗਏ ਔਰ ਜਿੰਨੀ ਮਿਹਨਤ ਕੀਤੀ, ਇੰਨਾ ਆਪਣੇ ਆਪ ਨੂੰ ਮੁਸੀਬਤਾਂ ਦੇ ਵਿੱਚੋਂ ਉਹਨਾਂ ਨੂੰ ਆਪਣੇ ਤੇ ਹੰਢਾ ਕੇ ਜਿਹੜੇ ਕਿਸਾਨ ਉੱਥੇ ਬੈਠੇ 2 ਮਹੀਨਿਆਂ ਤੋਂ ਸੜਕਾਂ ਦੇ ਉੱਤੇ, ਕੱਲ ਉਹਨੂੰ ਉਹ ਸਾਰੇ ਐਫਰਟਸ ਨੂੰ ਜ਼ੀਰੋ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਰ ਰਹੀ ਸੀ ਕਿ ਤੁਸੀਂ ਯੂ ਆਰ ਮੋਸਟ ਵੈਲਕਮ, ਤੁਸੀਂ ਜਾ ਸਕਦੇ ਹੋ ਅੱਗੇ। ਉਹਨਾਂ ਨੂੰ ਸਿਰਫ ਇੱਕ ਦਿਖਾਵਾ ਕੀਤਾ ਗਿਆ, ਅਸੀਂ ਤੁਹਾਨੂੰ ਰੋਕ ਰਹੇ ਹਾਂ, ਬੈਰੀਕੇਡ ਕੀਤੇ ਹੋਏ ਨੇ, ਤੁਹਾਨੂੰ ਅੱਗੇ ਨਹੀਂ ਜਾਣ ਦਿੱਤਾ ਜਾਏਗਾ। ਥੋੜ੍ਹਾ ਜਿਹਾ ਉਹਨਾਂ ਨੇ ਇੰਸਿਸਟ ਕੀਤਾ, ਨਹੀਂ ਜਾਣ ਦਾਂਗੇ। ਉਸ ਤੋਂ ਬਾਅਦ ਉਹ ਪਿੱਛੇ ਹਟ ਗਏ। ਇੱਕ ਲੋਕ ਦਿਖਾਵਾ ਜਿਹਾ ਕਰ ਰਹੇ ਸੀਗੇ ਕਿ ਸਾਨੂੰ ਕਰਨਾ ਪਏਗਾ ਕਿਉਂਕਿ ਨੈਸ਼ਨਲ ਮੀਡੀਆ ਵੀ ਉੱਥੇ ਆ। ਤੇ ਨੈਸ਼ਨਲ ਮੀਡੀਆ ਨੂੰ ਕੀ ਚਾਹੀਦਾ ਸੀ? ਆਹੀ ਸਭ ਕੁਝ ਚਾਹੀਦਾ ਸੀਗਾ। ਗੱਦਾਰ ਨੇ, ਅਸੀਂ ਉਹਨਾਂ ਨੂੰ ਦੇਸ਼ ਦਰੋਹੀ ਕਹਾਂਗੇ। ਜਿਨ੍ਹਾਂ ਨੇ ਕੱਲ ਦਾ ਕਾਰਾ ਕੀਤਾ ਉਹ ਬਿਲਕੁਲ ਦੇਸ਼ ਦਰੋਹੀ ਨੇ। ਇਸ ਟਾਈਮ ਸਾਨੂੰ ਸਾਡੇ ਜਥੇਬੰਦੀਆਂ ਦੇ ਨਾਲ, ਕਿਸਾਨ ਜਥੇਬੰਦੀਆਂ ਦੇ ਨਾਲ ਖੜਨ ਦੀ ਜ਼ਰੂਰਤ ਹੈ। ਉਹ ਕਦੇ ਤੁਹਾਨੂੰ ਗਲਤ ਗਾਈਡ ਨਹੀਂ ਕਰਨਗੇ। ਜਿਨ੍ਹਾਂ ਲੋਕਾਂ ਦੇ ਚਿਹਰੇ ਸਾਫ਼ ਹੋ ਚੁੱਕੇ ਨੇ, ਜਿਨ੍ਹਾਂ ਦਾ ਸੱਚ ਸਾਹਮਣੇ ਆ ਚੁੱਕਿਆ, ਉਹਨਾਂ ਤੋਂ ਹੁਣ ਅਸੀਂ ਉਹਨਾਂ ਦਾ ਬਾਈਕਾਟ ਕਰੀਏ, ਉਹਨਾਂ ਗਲਤ ਲੋਕਾਂ ਦਾ ਬਾਈਕਾਟ ਕਰੀਏ, ਉਹਨਾਂ ਨੂੰ ਨੇੜੇ ਤੇੜੇ ਵੀ ਨਾ ਫੜਕਣ ਦਈਏ। ਕੱਲ 26 ਤਰੀਕ ਦੀ ਗੱਲ ਕਰ ਰਹੀ ਹਾਂ, ਜੋ ਕੱਲ ਉੱਥੇ ਪੂਰਾ ਇੰਸੀਡੈਂਟ ਹੋਇਆ, ਔਰ ਇਹ ਨਹੀਂ ਹੋਣਾ ਚਾਹੀਦਾ ਸੀਗਾ। ਬਹੁਤ ਧੱਕਾ ਲੱਗਿਆ। ਕੱਲਾ ਮੈਂ ਨਹੀਂ, ਮੇਰੇ ਵਰਗੇ ਪਤਾ ਨਹੀਂ ਕਿੰਨੇ ਲੱਖਾਂ ਲੋਕ ਹੋਣਗੇ। ਅੱਜ ਸਵੇਰੇ ਮੈਂ ਰੋ ਕੇ ਹਟੀ ਹਾਂ, ਇਮੋਸ਼ਨਲ ਹੋ ਗਈ ਮੈਂ। ਜਿਹੜੇ ਲੋਕ ਹੀਰੋਗਿਰੀ ਭਾਲ ਰਹੇ ਨੇ, ਹੁਣ ਅਸੀਂ ਸਟਾਪ ਕਰ ਦਈਏ। ਇਹਨਾਂ ਨੂੰ ਕੀ ਨੌਲੇਜ ਹੈ? ਕਿੱਥੋਂ ਦੀ ਨੌਲੇਜ ਹੈ? ਕੀ ਇਹਨਾਂ ਦੀ ਕ੍ਰੈਡੀਬਿਲਿਟੀ ਕੀ ਹੈਗੀ ਇਹਨਾਂ ਦੀ? ਕੁਛ ਇਹਨਾਂ ਦਾ ਸਾਨੂੰ ਦੱਸੋ, ਇਹਨਾਂ ਨੇ ਕੀਤਾ ਕੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ? ਸਾਨੂੰ ਦੱਸੋ। ਮੈਂ ਵੀ ਨਹੀਂ ਕਹਿੰਦੀ, ਉਹਨਾਂ ਨੇ ਕਿਸਾਨੀ ਝੰਡਾ ਵੀ ਲਾਇਆ, ਉਹਨਾਂ ਨੇ ਨਿਸ਼ਾਨ ਸਾਹਿਬ ਵੀ ਲਾਇਆ, ਉੱਥੇ ਤਿਰੰਗਾ ਵੀ ਉੱਤੇ ਝੂਲਦਾ ਰਿਹਾ। ਸੋ ਕਿਸੇ ਵੀ ਤਰ੍ਹਾਂ ਦਾ ਨਿਰਾਦਰ ਨਹੀਂ ਹੋਇਆ। ਜਿਹੜੇ ਲੋਕ ਕਹਿ ਰਹੇ ਨੇ ਨਿਰਾਦਰ ਹੋਇਆ, ਕਿਸੇ ਤਰ੍ਹਾਂ ਦਾ ਨਿਰਾਦਰ ਨਹੀਂ ਹੋਇਆ। ਔਰ ਉੱਥੇ ਜਿਨ੍ਹਾਂ ਨੇ ਵੀ ਕੀਤਾ, ਉਹਨਾਂ ਦੇ ਦਿਮਾਗ 'ਚ ਕੀ ਸੀਗਾ, ਉਹਦੀ ਕੋਈ ਰਿਸਪੌਂਸਿਬਿਲਿਟੀ ਨਹੀਂ ਲੈਂਦਾ। ਨਾ ਜਥੇਬੰਦੀ ਲੈ ਰਹੀ ਆ, ਔਰ ਨਾ ਉਹ ਲਏਗੀ, ਔਰ ਨਾ ਉਹਨਾਂ ਦਾ ਲੈਣਾ ਬਣਦਾ। ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਮੈਂ ਖੁਦ ਸੀਗੀ ਟਿਕਰੀ ਬਾਰਡਰ, ਔਰ ਉੱਥੇ ਕੋਈ ਸ਼ਰਾਰਤ ਨਹੀਂ ਹੋਈ, ਕੁਛ ਨਹੀਂ ਹੋਇਆ। ਬਿਨਾਂ ਵਜ੍ਹਾ ਤੋਂ ਪੁਲਿਸ ਨੇ ਉੱਥੇ ਟੀਅਰ ਗੈਸ ਦੇ ਗੋਲੇ ਛੱਡੇ, ਬਿਨਾਂ ਰੀਜ਼ਨ ਤੋਂ। ਕੋਈ ਇੱਥੇ ਹੁੱਲੜਬਾਜ਼ੀ ਨਹੀਂ ਹੋਈ ਸੀ, ਕੁਛ ਨਹੀਂ ਹੋਇਆ। ਔਰ ਬੜੀ ਸ਼ਾਂਤਮਈ ਤਰੀਕੇ ਨਾਲ ਉਹ ਆਪਣਾ ਯੂ ਟਰਨ ਲੈ ਕੇ ਵਾਪਸ ਜਾ ਰਹੇ ਸੀ, ਉਸ ਜਿੱਥੇ ਬੈਰੀਕੇਡ ਲੱਗੇ ਹੋਏ ਸੀਗੇ। ਅਸੀਂ ਕੀ ਕਹਿ ਸਕਦੇ ਹਾਂ? ਇੱਥੋਂ ਕੀ ਸਾਨੂੰ ਮੈਸੇਜ ਮਿਲਦਾ ਕਿ ਇਹ ਆਲਰੇਡੀ ਪਲੈਨਿੰਗ ਸੀਗੀ ਕਿ ਉੱਥੇ ਹਰ ਇੱਕ ਨੈਸ਼ਨਲ ਮੀਡੀਆ ਪਹੁੰਚਿਆ ਗਿਆ। ਨੈਸ਼ਨਲ ਮੀਡੀਆ ਕੋਲ ਫੁਟੇਜ ਨਹੀਂ ਮਿਲ ਰਹੀ ਸੀਗੀ। ਸਤਿ ਸ਼੍ਰੀ ਅਕਾਲ ਜੀ। ਮੈਂ ਵੇਟ ਕਰਦੀ ਹਾਂ ਜਦੋਂ ਤੱਕ ਸਾਡੇ ਨਾਲ ਲਾਈਵ ਥੋੜ੍ਹੇ ਬਹੁਤ ਲੋਕ ਜੁੜ ਜਾਣ, ਉਸ ਤੋਂ ਬਾਅਦ ਗੱਲਬਾਤ ਸ਼ੁਰੂ ਕਰਦੇ ਹਾਂ। ਮੈਨੂੰ ਹਾਲੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਈ ਕਿ ਲੋਕ ਲਾਈਵ ਸਾਡੇ ਨਾਲ ਆ। ਹਾਂਜੀ, ਆਈ ਗੋਟ ਨੋਟੀਫਿਕੇਸ਼ਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿੰਨੇ ਵੀ ਜਣੇ ਸਾਨੂੰ ਇਸ ਵੇਲੇ ਲਾਈਵ ਸੁਣ ਰਹੇ ਆ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦਾ ਲਾਈਵ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਹੁਤ ਸੈਂਸਿਟਿਵ ਇੱਕ ਮੁੱਦੇ 'ਤੇ ਮੈਂ ਗੱਲ ਕਰਨ ਲੱਗੀ ਹਾਂ, ਔਰ ਸਾਡਾ ਗੱਲ ਕਰਨਾ ਬਣਦਾ ਵੀ ਅੱਜ, ਕਿਉਂਕਿ ਕੱਲ੍ਹ ਉੱਥੇ ਮੈਂ ਖੁਦ ਉੱਥੇ ਪ੍ਰੈਜ਼ੈਂਟ ਸੀਗੀ, ਉੱਥੇ ਖੁਦ ਮੈਂ ਮੌਜੂਦ ਸੀਗੀ। ਸੋ ਮੈਨੂੰ ਲੱਗਦਾ
ਜਿਨ੍ਹਾਂ 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 ਨੇ ਆਪਣੀ ਜਾਨਾਂ ਗਵਾਈਆਂ, ਸ਼ਹੀਦ ਹੋਏ, ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁਝ ਗਏ, ਔਰ ਇੰਨੀ ਜਿੰਨੀ ਮਿਹਨਤ ਕੀਤੀ, ਇੰਨਾ ਆਪਣੇ ਆਪ ਨੂੰ ਮੁਸੀਬਤਾਂ ਦੇ ਵਿੱਚੋਂ ਉਹਨਾਂ ਨੂੰ ਆਪਣੇ 'ਤੇ ਹੰਢਾ ਕੇ ਜਿਹੜੇ ਕਿਸਾਨ ਉੱਥੇ ਬੈਠੇ 2 ਮਹੀਨਿਆਂ ਤੋਂ ਸੜਕਾਂ ਦੇ ਉੱਤੇ, ਕੱਲ੍ਹ ਉਹਨੂੰ ਉਹ ਸਾਰੇ ਐਫਰਟਸ ਨੂੰ ਜ਼ੀਰੋ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਉਹ ਸਭ ਕੁਝ ਦੇਖ ਕੇ ਦਿਲ ਨੂੰ ਬਹੁਤ ਧੱਕਾ ਲੱਗਿਆ। ਔਰ ਮੈਨੂੰ ਲੱਗਦਾ ਕਿ ਇਹ ਸਭ ਕੁਝ ਨਹੀਂ ਹੋਣਾ ਚਾਹੀਦਾ ਸੀਗਾ ਜੋ ਕੱਲ੍ਹ ਹੋਇਆ। ਬਹੁਤ ਸਾਰੀਆਂ ਗੱਲਾਂ ਮੇਰੇ ਅੱਜ ਦਿਲ 'ਚ ਨੇ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ। ਇਸ ਤੋਂ ਪਹਿਲਾਂ ਵੀ ਬਹੁਤ ਵਾਰ ਕਿਉਂਕਿ ਕੰਟੀਨਿਊਸਲੀ ਅਸੀਂ ਇੱਥੇ ਆਉਂਦੇ ਰਹੇ ਹਾਂ, ਮੈਂ ਖੁਦ ਇੱਥੇ ਆਈ ਹਾਂ, ਇੱਥੇ ਅਸੀਂ ਬਹੁਤ ਦਿਨ ਰਹਿ ਕੇ ਵੀ ਗਏ ਹਾਂ। ਔਰ ਜਿਹੜਾ ਦਰਦ, ਜਿਹੜੀ ਮੁਸੀਬਤਾਂ ਇਹ ਸਾਡੇ ਜਿਹੜੇ ਕਿਸਾਨ, ਸਾਡੇ ਬਜ਼ੁਰਗ ਨੇ, ਸਾਡੇ ਨੌਜਵਾਨ ਨੇ, ਸਾਡੀਆਂ ਭੈਣਾਂ ਨੇ, ਸਾਡੀਆਂ ਬੀਬੀਆਂ ਨੇ, ਜੋ ਚੀਜ਼ਾਂ ਆਪਣੇ 'ਤੇ ਹੰਢਾ ਰਹੇ ਸੀ, ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਸਾਨੂੰ ਵੀ ਉਸ ਸਪੀਡ ਦਾ ਪਤਾ ਹੋਣਾ ਚਾਹੀਦਾ ਕਿ ਜੋ ਉਹ ਹੰਢਾ ਰਹੇ ਨੇ ਆਪਣੇ ਆਪ 'ਤੇ, ਕਿਉਂਕਿ ਇਹ ਹੱਕਾਂ ਦੀ ਲੜਾਈ ਆ, ਹੋਂਦ ਦੀ ਲੜਾਈ ਆ। ਔਰ ਅੱਜ 26 ਤਰੀਕ ਨੂੰ ਉਹ ਸਾਰੇ ਚੀਜ਼ ਨੂੰ, ਉਹ ਸਾਰੇ ਕਿਸਾਨਾਂ ਦੀ ਇਮੇਜ ਨੂੰ ਖਰਾਬ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਹੋਈ। ਮੈਂ ਬਹੁਤ ਜ਼ਿਆਦਾ ਕੁਝ ਨਹੀਂ ਹੈ ਕਹਿਣ ਨੂੰ ਇਸ ਵੇਲੇ, ਕਿਉਂਕਿ ਸਟੇਜ ਤੋਂ ਤੁਸੀਂ ਸਾਰਿਆਂ ਨੇ ਰਿਐਲਿਟੀ ਸੁਣੀ ਲਈ ਹੈ। ਜਥੇਬੰਦੀਆਂ ਨੇ ਅੱਜ ਸਾਰਾ ਕੁਝ ਕਲੀਅਰ ਕਰਤਾ ਹੈ ਜੋ ਅਸੀਂ ਆਪਣੇ ਮੂੰਹੋਂ ਨਹੀਂ ਕਹਿ ਸਕਦੇ ਸੀਗੇ। ਜਦੋਂ ਤੱਕ ਜਥੇਬੰਦੀਆਂ, ਜਿਨ੍ਹਾਂ ਨੂੰ ਅਸੀਂ ਹਮੇਸ਼ਾ ਤੋਂ ਫੋਲੋ ਕਰਦੇ ਆਏ ਹਾਂ, ਡੇ 1 ਤੋਂ ਉਹਨਾਂ ਦੇ ਨਾਲ ਖੜੇ ਹਾਂ, ਕਿਉਂਕਿ ਉਹ ਜਥੇਬੰਦੀਆਂ ਨੇ, ਉਹਨਾਂ ਲੀਡਰਸ ਨੇ, ਉਹਨਾਂ ਆਗੂਆਂ ਨੇ ਬਹੁਤ ਸਾਰੀਆਂ ਚੀਜ਼ਾਂ ਆਪਣੇ ਆਪ 'ਤੇ ਹੰਢਾਈਆਂ ਨੇ। ਉਹਨਾਂ ਨੇ ਬਹੁਤ ਸਾਰੀ ਮੂਵਮੈਂਟ ਇੱਦਾਂ ਦੀਆਂ ਦੇਖੀਆਂ ਨੇ, ਬਹੁਤ ਸਾਰੇ ਅੰਦੋਲਨ ਉਹਨਾਂ ਨੇ ਕੀਤੇ ਹੈ। ਉਹਨਾਂ ਨੂੰ ਪਤਾ ਹੈ ਕਿ ਕੀ ਚੀਜ਼ ਸਹੀ ਆ ਔਰ ਕੀ ਚੀਜ਼ ਗਲਤ ਹੈ, ਕਿਉਂਕਿ ਇਸ ਟਾਈਮ ਬਹੁਤ ਆਵਾਮ ਜੁੜਿਆ ਹੋਇਆ ਇਸ ਕਿਸਾਨੀ ਸੰਘਰਸ਼ ਦੇ ਨਾਲ, ਬਹੁਤ ਲੋਕ ਜੁੜੇ ਹੋਏ ਨੇ, ਬਹੁਤ ਸਾਰੀਆਂ ਜਾਨਾਂ ਜੁੜੀਆਂ ਨੇ। ਜੋ ਵੀ ਇੱਕ ਛੋਟਾ ਜਿਹਾ ਕਦਮ ਬਹੁਤ ਵੱਡਾ ਨੁਕਸਾਨ ਕਰ ਸਕਦਾ, ਇਹ ਜਥੇਬੰਦੀਆਂ ਦੇ ਆਗੂਆਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ। ਇਸ ਕਰਕੇ ਉਹ ਕੋਈ ਵੀ ਐਸਾ ਸਟੈਪ ਨਹੀਂ ਸੀਗੇ ਜਿਹਦੇ ਨਾਲ ਕਿਸੇ ਇੱਕ ਵੀ ਜੀ ਨੂੰ, ਇੱਕ ਵੀ ਪਰਸਨ ਨੂੰ ਨੁਕਸਾਨ ਹੋਏ। ਔਰ ਮੈਂ ਆਪਣੇ ਪੇਜ ਦੇ ਰਾਹੀਂ ਜਿੰਨੇ ਵੀ ਲੋਕ ਇੱਥੇ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ, ਚਾਹੇ ਕੋਈ ਵੀ ਹੈ, ਚਾਹੇ ਉਹ ਉੱਥੇ ਪ੍ਰੋਟੈਸਟ 'ਚ ਬੈਠੇ ਸਾਡੇ ਭੈਣ ਭਰਾ ਨੇ, ਠੀਕ ਹੈ ਜੀ, ਸਾਡੇ ਬਜ਼ੁਰਗ ਨੇ, ਚਾਹੇ ਕੋਈ ਸੈਲੀਬ੍ਰਿਟੀ ਹੈ ਜੀ। ਇੰਟਰਨੈਟ ਦੀ ਥੋੜੀ ਪ੍ਰੋਬਲਮ ਚੱਲ ਰਹੀ ਹੈ। ਸੋ ਮੈਂ ਆਪਣੇ ਪੇਜ ਦੇ ਰਾਹੀਂ ਅੱਜ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ, ਚਾਹੇ ਉਹ ਕੋਈ ਸੈਲੀਬ੍ਰਿਟੀ ਹੈ, ਚਾਹੇ ਉੱਥੇ ਧਰਨੇ 'ਤੇ ਬੈਠੇ ਲੋਕ ਨੇ, ਚਾਹੇ ਕੋਈ ਘਰਾਂ ਦੇ ਵਿੱਚ ਬੈਠੇ ਲੋਕ ਨੇ। ਮੈਂ ਉਹਨਾਂ ਸਾਰਿਆਂ ਨੂੰ ਸਿਰਫ ਇੱਕੋ ਹੀ ਅਪੀਲ ਕਰਨਾ ਚਾਹੁੰਦੀ ਹਾਂ, ਸਾਡੀ ਜਥੇਬੰਦੀਆਂ ਦੇ ਆਗੂ ਤੁਹਾਨੂੰ ਇੰਸਟਰਕਸ਼ਨਸ ਦਿੰਦੇ ਨੇ। ਮੈਂ ਜਿੰਨੀ ਵਾਰ ਵੀ ਪੇਜ ਤੋਂ ਵੀ ਲਾਈਵ ਹੋਈ ਸੀ 26 ਤਰੀਕ ਤੋਂ ਪਹਿਲਾਂ, ਮੈਂ ਇੱਕੋ ਗੱਲ ਕਹਿੰਦੀ ਸੀ ਕਿ ਜੋ ਸਾਡੀ ਜਥੇਬੰਦੀਆਂ ਦੇ ਆਗੂ ਹੈ, ਤੁਹਾਨੂੰ ਪ੍ਰੋਗਰਾਮ ਦੇਣਗੇ, ਜੋ ਤੁਹਾਨੂੰ ਇੰਸਟਰਕਸ਼ਨਸ ਦੇਣਗੇ, ਉਹਨਾਂ ਨੂੰ ਪਲੀਜ਼ ਫੋਲੋ ਕਰਿਓ। ਕੋਈ ਵੀ ਕਿਸੇ ਤਰ੍ਹਾਂ ਦੀ, ਮੇਰੇ ਇੰਟਰਨੈਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ। ਮੈਂ ਬਸ ਇੱਕੋ ਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਜਥੇਬੰਦੀਆਂ ਜੋ ਤੁਹਾਨੂੰ ਪ੍ਰੋਗਰਾਮ ਦਿੰਦੀਆਂ, ਜੋ ਤੁਹਾਨੂੰ ਇੰਸਟਰਕਸ਼ਨਸ ਦਿੰਦੀਆਂ, ਉਹਨੂੰ ਫੋਲੋ ਕਰੋ। ਚਾਹੇ ਉਹ ਸਾਡੇ ਕਲਾਕਾਰ ਨੇ, ਚਾਹੇ ਕੋਈ ਐਕਟਰ ਹੈ, ਚਾਹੇ ਕੋਈ ਧਰਨੇ 'ਤੇ ਬੈਠਾ ਕੋਈ ਵੀ ਸ਼ਖਸ ਜਿਹੜਾ ਉੱਥੇ ਧਰਨੇ 'ਚ ਪਹੁੰਚਿਆ, ਸਾਨੂੰ ਉਹਨਾਂ ਦੇ ਦਿੱਤੇ ਪ੍ਰੋਗਰਾਮ ਨੂੰ ਫੋਲੋ ਕਰਨਾ ਚਾਹੀਦਾ। ਔਰ ਕੱਲ੍ਹ ਜੋ ਕੁਝ ਹੋਇਆ ਉਹ ਬਹੁਤ ਹੀ ਸ਼ਰਮਨਾਕ ਸੀਗਾ। ਸ਼ਰਮਨਾਕ ਕਿਸ ਤਰ੍ਹਾਂ ਕਿ ਅਸੀਂ ਆਪਣੇ ਆਗੂਆਂ ਨੂੰ ਛੱਡ ਕੇ ਅਸੀਂ ਹੋਰਾਂ ਦੇ ਪਿੱਛੇ ਲੱਗ ਗਏ।
ਔਰ ਇੱਕ ਇਹ ਸਾਜ਼ਿਸ਼ ਸੀਗੀ ਕਿ ਜਿਹਦੇ ਵਿੱਚ ਰੂਟ ਨੂੰ ਬਦਲ ਦਿੱਤਾ ਗਿਆ ਔਰ ਪੁਲਿਸ ਇਸ ਤਰ੍ਹਾਂ ਰਿਐਕਟ ਕਰ ਰਹੀ ਸੀ ਕਿ ਤੁਸੀਂ ਯੂ ਆਰ ਮੋਸਟ ਵੈਲਕਮ, ਤੁਸੀਂ ਜਾ ਸਕਦੇ ਹੋ ਅੱਗੇ। ਉਹਨਾਂ ਨੂੰ ਸਿਰਫ ਇੱਕ ਦਿਖਾਵਾ ਕੀਤਾ ਗਿਆ, ਅਸੀਂ ਤੁਹਾਨੂੰ ਰੋਕ ਰਹੇ ਹਾਂ, ਬੈਰੀਕੇਡ ਕੀਤੇ ਹੋਏ ਨੇ, ਤੁਹਾਨੂੰ ਅੱਗੇ ਨਹੀਂ ਜਾਣ ਦਿੱਤਾ ਜਾਏਗਾ। ਥੋੜ੍ਹਾ ਜਿਹਾ ਉਹਨਾਂ ਨੇ ਇਨਸਿਸਟ ਕੀਤਾ, ਨਹੀਂ ਜਾਣ ਦਾਂਗੇ। ਉਸ ਤੋਂ ਬਾਅਦ ਉਹ ਪਿੱਛੇ ਹਟ ਗਏ। ਇੱਕ ਲੋਕ ਦਿਖਾਵਾ ਜਿਹਾ ਕਰ ਰਹੇ ਸੀਗੇ ਕਿ ਸਾਨੂੰ ਕਰਨਾ ਪਏਗਾ ਕਿਉਂਕਿ ਨੈਸ਼ਨਲ ਮੀਡੀਆ ਵੀ ਉੱਥੇ ਆ। ਤੇ ਨੈਸ਼ਨਲ ਮੀਡੀਆ ਨੂੰ ਕੀ ਚਾਹੀਦਾ ਸੀ? ਆਹੀ ਸਭ ਕੁਝ ਚਾਹੀਦਾ ਸੀਗਾ। ਔਰ ਅਸੀਂ ਲੋਕਾਂ ਨੇ, ਉਹ ਜਿਹੜੇ ਕੁਝ ਕੇ ਸ਼ਰਾਰਤੀ ਬੰਦੇ ਸੀਗੇ ਵਿੱਚ, ਉਹਨਾਂ ਨੇ ਉਹ ਮੌਕਾ ਦੇ ਦਿੱਤਾ ਉਹਨਾਂ ਨੂੰ। ਔਰ ਸਾਡੇ ਕਿਸਾਨਾਂ ਦੀ ਜਿਹੜਾ ਇੰਨਾ ਰਿਸਪੈਕਟ, ਇੰਨੀ ਇੱਕ ਉੱਚਾ ਦਰਜਾ ਬਣ ਗਿਆ ਸੀਗਾ, ਉਹਨੂੰ ਖਰਾਬ, ਉਹਨੂੰ ਮਿੱਟੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਚੀਜ਼ ਨੂੰ ਪਲੀਜ਼ ਅੱਗੇ ਤੋਂ ਧਿਆਨ 'ਚ ਰੱਖਣ ਸਾਡੇ ਜਿਹੜੇ ਨੌਜਵਾਨ ਨੇ, ਸਪੈਸ਼ਲੀ ਨੌਜਵਾਨ ਨੇ, ਜਿਨ੍ਹਾਂ ਦੇ ਕਰਕੇ ਅਸੀਂ ਹਮੇਸ਼ਾ ਇੱਕੋ ਗੱਲ ਕਹਿੰਦੇ ਸੀਗੇ ਕਿ ਸਾਨੂੰ ਖੁਸ਼ੀ ਹੈ ਸਾਡੇ ਨੌਜਵਾਨ ਅੱਜ ਆਪਣੇ ਹੱਕਾਂ ਦੇ ਲਈ ਇੰਨੇ ਕੁ ਜਾਗਰੂਕ ਹੋਏ ਨੇ। ਜੋਸ਼ ਜ਼ਰੂਰੀ ਹੈ, ਜੋਸ਼ ਦੇ ਨਾਲ ਨਾਲ ਹੋਸ਼ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਸ ਕਰਕੇ ਤੁਸੀਂ ਆਪਣੇ ਜੋਸ਼ ਨੂੰ ਬਰਕਰਾਰ ਰੱਖੋ, ਪਰ ਜਿਹੜੇ ਸਾਨੂੰ ਜੋ ਉਹਨਾਂ ਦੀ ਅਗਵਾਈ 'ਚ ਜਾਓ, ਜਿਨ੍ਹਾਂ ਨੂੰ ਸਾਲੋਂ ਸਾਲ ਦਾ ਇਹਨਾਂ ਅੰਦੋਲਨਾਂ ਦਾ, ਇਹਨਾਂ ਸੰਘਰਸ਼ਾਂ ਦਾ ਐਕਸਪੀਰੀਅੰਸ ਹੈ। ਔਰ ਜਿੰਨਾ ਵੀ ਮੀਡੀਆ ਹੈਗਾ, ਮੀਡੀਆ ਬਹੁਤ ਗਲਤ ਚੀਜ਼ਾਂ ਦਿਖਾ ਰਿਹਾ, ਨੈਸ਼ਨਲ ਮੀਡੀਆ ਬਹੁਤ ਗਲਤ ਚੀਜ਼ਾਂ ਦਿਖਾ ਰਿਹਾ, ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ, ਪ੍ਰੋਪਰ ਨੌਲੇਜ ਤੋਂ ਕੋਈ ਵੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ, ਚਾਹੇ ਅਸੀਂ ਆਮ ਲੋਕ ਹਾਂ, ਚਾਹੇ ਉਹ ਮੀਡੀਆ ਦਾ ਤਾਂ ਕੰਮ ਹੈ। ਮੀਡੀਆ ਨੇ ਤਾਂ ਗੱਲਾਂ ਬਣਾ ਕੇ ਤੁਹਾਨੂੰ ਗਲਤ ਪੇਸ਼ ਕਰਨਾ ਹੈ, ਸਾਡੇ ਪੰਜਾਬੀਆਂ ਨੂੰ, ਸਾਨੂੰ ਕਿਸਾਨਾਂ ਨੂੰ ਗਲਤ ਪੇਸ਼ ਕਰਨਾ ਹੈ। ਸੋ ਇੱਕ ਛੋਟਾ ਜਿਹਾ ਗਲਤ ਕਦਮ ਸਭ ਕੁਝ ਮਿੱਟੀ ਕਰ ਦੂਗਾ, ਸਭ ਕੁਝ ਬਰਬਾਦ ਕਰ ਦੂਗਾ। 4 ਮਹੀਨਿਆਂ ਦੀ ਮਿਹਨਤ, 4 ਮਹੀਨਿਆਂ ਦਾ ਜਿਹੜਾ ਸੰਘਰਸ਼ ਹੈ, ਜਿਹੜੇ ਲੋਕਾਂ ਨੇ ਆਪਣੀ ਜਾਨ ਗਵਾਈ ਹੈ, ਸ਼ਹੀਦ ਹੋਏ ਨੇ, ਅਸੀਂ ਉਹਨਾਂ ਨੂੰ ਤਾਂ ਜਸਟਿਸ ਦਈਏ, ਜਿਨ੍ਹਾਂ ਨੇ ਸੋਚ ਸਮਝ ਕੇ ਆਪਣੀਆਂ ਜਾਨਾਂ ਗਵਾਈਆਂ ਕਿ ਅਸੀਂ ਇਸ ਸੰਘਰਸ਼ ਦੇ ਨਾਮ ਆਪਣੀ ਜਾਨ ਲਾ ਦਈਏ। ਔਰ ਜਿਹੜੇ ਗੱਦਾਰ ਨੇ, ਅਸੀਂ ਉਹਨਾਂ ਨੂੰ ਦੇਸ਼ ਦਰੋਹੀ ਕਹਾਂਗੇ। ਜਿਨ੍ਹਾਂ ਨੇ ਕੱਲ੍ਹ ਦਾ ਕਾਰਾ ਕੀਤਾ, ਉਹ ਬਿਲਕੁਲ ਦੇਸ਼ ਦਰੋਹੀ ਨੇ। ਜੋ ਸਾਡੇ ਨਹੀਂ ਹੋ ਸਕੇ, ਉਹ ਕਿਸੇ ਦੇ ਨਹੀਂ ਹੋ ਸਕਦੇ। ਇਸ ਕਰਕੇ ਆਪਣੇ ਸਹੀ ਗਲਤ ਦੀ ਪਹਿਚਾਣ ਆਪਾਂ ਕਰਨਾ ਸਿੱਖੀਏ, ਸਹੀ ਲੋਕਾਂ ਦਾ ਸਾਥ ਦਈਏ। ਇਸ ਟਾਈਮ ਸਾਨੂੰ ਸਾਡੇ ਜਥੇਬੰਦੀਆਂ ਦੇ ਨਾਲ, ਕਿਸਾਨ ਜਥੇਬੰਦੀਆਂ ਦੇ ਨਾਲ ਖੜਨ ਦੀ ਜ਼ਰੂਰਤ ਹੈ। ਉਹ ਕਦੇ ਤੁਹਾਨੂੰ ਗਲਤ ਗਾਈਡ ਨਹੀਂ ਕਰਨਗੇ। ਜਿਨ੍ਹਾਂ ਲੋਕਾਂ ਦੇ ਚਿਹਰੇ ਸਾਫ਼ ਹੋ ਚੁੱਕੇ ਨੇ, ਜਿਨ੍ਹਾਂ ਦਾ ਸੱਚ ਸਾਹਮਣੇ ਆ ਚੁੱਕਿਆ, ਉਹਨਾਂ ਤੋਂ ਹੁਣ ਅਸੀਂ ਉਹਨਾਂ ਦਾ ਬਾਈਕਾਟ ਕਰੀਏ, ਉਹਨਾਂ ਗਲਤ ਲੋਕਾਂ ਦਾ ਬਾਈਕਾਟ ਕਰੀਏ, ਉਹਨਾਂ ਨੂੰ ਨੇੜੇ ਤੇੜੇ ਵੀ ਨਾ ਫੜਕਣ ਦਈਏ ਆਪਣੇ ਸੰਘਰਸ਼ ਦੇ ਵਿੱਚ। ਕਿਸੇ ਨੂੰ ਐਂਟਰਟੇਨ ਨਾ ਕਰੋ। ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗੀ, ਅਗਰ ਮੇਰੀ ਇਹ ਗੱਲ ਜਥੇਬੰਦੀਆਂ ਤੱਕ ਪਹੁੰਚਦੀ ਹੈ, ਕਿਉਂਕਿ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਜਿਸ ਦਿਨ ਤੋਂ ਡੇ 1 ਤੋਂ ਮੈਂ ਚਾਹੇ ਨਾਲ ਹਾਂ, ਮੈਂ ਇਸ ਸੰਘਰਸ਼ ਦਾ ਹਿੱਸਾ ਬਣੀ ਹਾਂ। ਔਰ ਮੇਰੇ ਵਰਗੇ ਬਹੁਤ ਸਾਰੇ ਲੋਕ ਇਸ ਸੰਘਰਸ਼ ਦਾ ਹਿੱਸਾ ਬਣੇ ਆ, ਜਿਨ੍ਹਾਂ ਨੇ ਬਹੁਤ ਸਾਰਾ ਹਰ ਕਦਮ 'ਤੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸਾਡੇ ਆਪਣੀ ਲੜਾਈ, ਸਾਡੇ ਪੰਜਾਬੀਆਂ ਦੀ ਲੜਾਈ ਹੈ, ਸਾਡੀ ਹੋਂਦ ਦੀ ਲੜਾਈ ਆ। ਇਕੱਲੇ ਪੰਜਾਬੀਆਂ ਦਾ ਨਹੀਂ, ਹਰ ਕਿਸਾਨ ਜਿਹੜਾ ਕਿਸਾਨੀ ਕਰਦਾ, ਕਿਸਾਨੀ ਕਰਕੇ ਢਿੱਡ ਭਰਦਾ, ਸਾਡੀ ਆਪਣੀ ਲੜਾਈ ਆ। ਚਾਹੇ ਉਹ ਹਿੰਦੂ ਹੈ, ਚਾਹੇ ਉਹ ਮੁਸਲਿਮ ਹੈ, ਚਾਹੇ ਉਹ ਸਿੱਖ ਹੈ, ਇਹ ਸਾਡੀ ਸਾਰਿਆਂ ਦੀ ਲੜਾਈ ਹੈ, ਜਿਹੜਾ ਅੰਨ ਪੈਦਾ ਕਰਕੇ ਰੋਟੀ ਖਾਂਦਾ। ਤੇ ਮੈਂ ਪਹਿਲੇ ਦਿਨ ਤੋਂ ਇੱਕ ਗੱਲ ਕਹਿ ਰਹੀ ਸੀਗੀ ਕਿ ਮੈਂ ਇਸ ਸੰਘਰਸ਼ ਦੇ ਵਿੱਚ ਆ ਰਹੀ ਹਾਂ, ਉੱਥੇ ਰਹਿਣ ਦਾ ਮੌਕਾ ਮਿਲਿਆ, ਸਾਰਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਪਰ ਮੈਂ ਅੱਜ ਤੱਕ ਕਿਸੇ ਜਥੇਬੰਦੀ ਨਾਲ ਜਾ ਕੇ ਪਰਸਨਲੀ ਮਿਲੀ ਨਹੀਂ। ਮੇਰੇ ਕੋਲ ਮੌਕਾ ਸੀਗਾ, ਮੈਨੂੰ ਵੀ ਜਦੋਂ ਸ਼ੰਭੂ ਬਾਰਡਰ ਤੋਂ ਬਾਅਦ ਇੱਕ ਮੀਟਿੰਗ ਹੋਈ ਕਿਸਾਨ ਭਵਨ ਦੇ ਵਿੱਚ, ਉਹ ਸ਼ਾਇਦ ਅੱਜ ਵੀ ਤੁਹਾਨੂੰ ਕਿਤੇ YouTube ਤੇ ਦੇਖਣ ਨੂੰ ਮਿਲ ਜੂਗੀ। ਉਸ ਮੀਟਿੰਗ 'ਚ ਸਾਰੇ ਜਣੇ ਸੀਗੇ, ਦੀਪ ਸਿੱਧੂ, ਲੱਖਾ ਸਿਧਾਣਾ, ਸਿੱਪੀ ਗਿੱਲ, ਜਸ ਬਾਜਵਾ,
ਇਹ ਸਾਰੇ ਲੋਕ ਸੀਗੇ ਉੱਥੇ ਬੈਠੇ ਉਸ ਦਿਨ ਮੌਜੂਦ ਸੀਗੇ। ਔਰ ਮੈਨੂੰ ਵੀ ਇੱਕ ਕਾਲ ਆਈ ਕਿ ਤੁਸੀਂ ਵੀ ਜ਼ਰੂਰ ਆਓ, ਤੇ ਮੈਂ ਉੱਥੇ ਪਹੁੰਚੀ। ਉਹ ਦਿਨ ਤੋਂ ਬਾਅਦ ਮੈਂ ਕਿਸੇ ਮੀਟਿੰਗ 'ਚ ਨਹੀਂ ਗਈ, ਕਿਉਂਕਿ ਅਸੀਂ ਲੋਕ ਨਹੀਂ ਆ, ਸਾਡਾ ਫਰਜ਼ ਸਿਰਫ ਇੰਨਾ ਕੁ ਹੈ ਕਿ ਸਾਡੀ ਜਥੇਬੰਦੀਆਂ ਦੀ ਆਵਾਜ਼ ਨੂੰ ਅਸੀਂ ਅੱਗੇ ਤੱਕ ਪਹੁੰਚਾਈਏ, ਲੋਕਾਂ ਤੱਕ ਪਹੁੰਚਾਈਏ, ਉਹਨਾਂ ਦਾ ਸਹਾਰਾ ਬਣੀਏ, ਉਹਨਾਂ ਦੀ ਸਪੋਰਟ ਬਣੀਏ ਔਰ ਉਹਨਾਂ ਦਾ ਸਾਥ ਦਈਏ। ਸਾਡਾ ਕੰਮ ਸਿਰਫ ਇੰਨਾ ਹੈ। ਅਸੀਂ ਜੇ ਹੁਣ ਕਹੀਏ ਕਿ ਸਾਨੂੰ ਲੋਕ ਫੋਲੋ ਕਰਨ ਔਰ ਸਾਡੇ ਪਿੱਛੇ ਪਿੱਛੇ ਲੱਗਣ, ਸਾਨੂੰ ਹੀਰੋ ਬਣਨ ਦਾ ਕੋਈ ਸ਼ੌਕ ਨਹੀਂ ਹੋਣਾ ਚਾਹੀਦਾ ਔਰ ਨਾ ਹੀ ਸਾਡਾ ਇਹ ਕੰਮ ਹੈਗਾ। ਜਿਨ੍ਹਾਂ ਦਾ ਕੰਮ ਹੈ ਉਹ ਕਿਸਾਨ ਲੀਡਰ ਜਿਹੜੇ ਹੈਗੇ ਨੇ, ਉਹਨਾਂ ਜਥੇਬੰਦੀਆਂ ਦੇ ਆਗੂ ਜਿਹੜੇ ਹੈਗੇ ਨੇ, ਇਹ ਕੰਮ ਉਹਨਾਂ ਦਾ। ਉਹ ਸਾਨੂੰ ਜੋ ਪ੍ਰੋਗਰਾਮ ਦੇਣਗੇ, ਸਾਨੂੰ ਜੋ ਇੰਸਟਰਕਸ਼ਨਸ ਦੇਣਗੇ, ਸਾਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ। ਉਹਨਾਂ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣਾ ਇਹ ਸਾਡਾ ਕੰਮ ਹੈ। ਔਰ ਇਹਨਾਂ ਵਿੱਚੋਂ ਉਸ ਦਿਨ ਤੋਂ ਬਾਅਦ ਮੈਂ ਕਦੇ ਕਿਸੇ ਵੀ ਮੀਟਿੰਗ 'ਚ ਨਹੀਂ ਗਈ। ਔਰ ਮੈਂ ਜਿੰਨਾ ਵੀ ਕੰਮ ਕੀਤਾ ਇਸ ਸੰਘਰਸ਼ ਦੇ ਵਿੱਚ, ਜਿੰਨਾ ਵੀ ਮੈਂ ਯੋਗਦਾਨ ਪਾਇਆ ਜਾਂ ਮੈਂ ਸੇਵਾ ਕੀਤੀ ਆ, ਉਹ ਇੰਡੀਵਿਜੂਅਲੀ ਆਪਣੇ ਲੈਵਲ ਤੇ ਕੀਤੀ ਆ, ਜਿਹਦੇ ਵਿੱਚ ਮੈਂ ਕਿਸੇ ਇੱਥੇ ਗਰੁੱਪਸ ਦੇ ਵਿੱਚ ਵੀ ਕੰਮ ਕੀਤਾ ਜਾ ਰਿਹਾ ਸੀਗਾ। ਮੈਂ ਕਿਸੇ ਗਰੁੱਪ ਦੇ ਨਾਲ ਨਹੀਂ ਮਿਲੀ। ਮੈਨੂੰ ਬਹੁਤ ਵਾਰ ਇਹ ਮੈਸੇਜ ਆਉਂਦੇ ਸੀ, ਅੱਜ ਆ ਰਹੇ ਹੋ, ਕੱਲ੍ਹ ਆ ਰਹੇ ਹੋ, ਕਦੋਂ ਆ ਰਹੇ ਹੋ। ਮੈਂ ਕਿਸੇ ਗਰੁੱਪ ਦੇ ਨਾਲ ਮਿਲ ਕੇ ਨਹੀਂ ਕੰਮ ਕੀਤਾ, ਨਹੀਂ ਮੈਂ ਸੇਵਾ ਦੇ ਵਿੱਚ ਉਹਨਾਂ ਦੇ ਨਾਲ ਸ਼ਿਰਕਤ ਕੀਤੀ, ਕਿਉਂਕਿ ਮੈਨੂੰ ਇਹ ਲੱਗਦਾ ਕਿ ਆਪਣੀ ਇੱਕ ਸੋਚ ਹੋਣੀ ਚਾਹੀਦੀ ਹੈ। ਕਿਉਂਕਿ ਜਦੋਂ ਅਸੀਂ ਗਰੁੱਪਸ ਦੇ ਵਿੱਚ ਚੱਲਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਕੰਪਰੋਮਾਈਜ਼ ਕਰਨਾ ਪੈਂਦਾ। ਇਸ ਕਰਕੇ ਮੈਂ ਇੰਡੀਵਿਜੂਅਲੀ ਜਿੰਨਾ ਕੁ ਵੀ ਮੈਂ ਕਰ ਸਕਦੀ ਸੀਗੀ, ਮੈਂ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹਾਂ। ਔਰ ਕਿਉਂਕਿ ਸਾਨੂੰ ਦੁਨੀਆ ਫੋਲੋ ਕਰਦੀ ਹੈ, ਲੋਕ ਫੋਲੋ ਕਰਦੇ ਆ, ਸਾਡੇ ਨੌਜਵਾਨ ਫੋਲੋ ਕਰਦੇ ਆ। ਇਹ ਇੱਕ ਮੋਟੀਵੇਸ਼ਨਲ ਇੱਕ ਜੈਸਚਰ ਹੁੰਦਾ ਕਿ ਤੁਹਾਨੂੰ ਅਗਰ ਲੋਕ ਫੋਲੋ ਕਰ ਰਹੇ ਤਾਂ ਤੁਸੀਂ ਅੱਜ ਅਗਰ ਅਸੀਂ ਆ ਰਹੇ ਹਾਂ, ਕਿਸੇ ਵੀ ਬਾਰਡਰ ਤੇ ਜਾਂਦੇ ਹਾਂ, ਸਿੰਘੂ ਤੇ ਟਿੱਕਰੀ ਤੇ ਕਿਤੇ ਵੀ ਗਏ ਹਾਂ, ਤਾਂ ਲੋਕ ਮੋਟੀਵੇਟ ਹੋ ਕੇ ਉੱਥੇ ਪਹੁੰਚਦੇ ਆ। ਵੀਡੀਓਜ਼ ਪਾਉਣ ਦਾ, ਲਾਈਵ ਹੋ ਕੇ ਦੱਸਣ ਦਾ ਸਿਰਫ ਇੱਕੋ ਇੱਕ ਕਾਰਨ ਸੀ ਕਿ ਅਸੀਂ ਪਹੁੰਚੇ, ਤੁਸੀਂ ਵੀ ਜ਼ਰੂਰ ਪਹੁੰਚੋ। ਔਰ ਇਹ ਸਾਡਾ ਇੱਕ ਫਰਜ਼ ਵੀ ਬਣਦਾ ਸੀਗਾ ਔਰ ਅਸੀਂ ਆਪਣਾ ਫਰਜ਼ ਨਿਭਾਇਆ। ਪਰ ਮੈਨੂੰ ਲੱਗਦਾ ਕਿ ਇੱਥੇ ਹੀਰੋਗਿਰੀ ਔਰ ਆਪਣੀ ਹੋਂਦ ਨੂੰ ਦਿਖਾਉਣ ਦਾ ਇਹ ਕੋਈ ਮੌਕਾ ਨਹੀਂ ਹੈਗਾ ਕਿ ਜਿੱਥੇ ਤੁਸੀਂ ਹਰ ਚੀਜ਼ ਭਾਲੋ ਕਿ ਸਾਨੂੰ ਲੋਕ ਦੇਖਣ, ਸਾਨੂੰ ਫੋਲੋ ਕਰਨ, ਸਾਡੇ ਕਹੀ ਹੋਈ ਗੱਲ ਨੂੰ ਫੋਲੋ ਕਰਨ। ਇਸ ਚੱਕਰ ਦੇ ਵਿੱਚ ਕੱਲ੍ਹ ਦਾ ਪ੍ਰੋਗਰਾਮ ਬਹੁਤ ਜ਼ਿਆਦਾ ਖਰਾਬ ਹੋਇਆ। ਜਿਨ੍ਹਾਂ ਨੇ ਕਿਸਾਨਾਂ ਦੀ ਦਰਦ ਨੂੰ ਨਹੀਂ ਸਮਝਿਆ, ਮੈਂ ਸਿਰਫ ਕੱਲ੍ਹ 26 ਤਰੀਕ ਦੀ ਗੱਲ ਕਰ ਰਹੀ ਹਾਂ, ਜੋ ਕੱਲ੍ਹ ਉੱਥੇ ਪੂਰਾ ਇਨਸੀਡੈਂਟ ਹੋਇਆ। ਔਰ ਇਹ ਨਹੀਂ ਹੋਣਾ ਚਾਹੀਦਾ ਸੀਗਾ। ਬਹੁਤ ਧੱਕਾ ਲੱਗਿਆ। ਇਕੱਲਾ ਮੈਂ ਨਹੀਂ, ਮੇਰੇ ਵਰਗੇ ਪਤਾ ਨਹੀਂ ਕਿੰਨੇ ਲੱਖਾਂ ਲੋਕ ਹੋਣਗੇ। ਅੱਜ ਸਵੇਰੇ ਮੈਂ ਰੋ ਕੇ ਹਟੀ ਹਾਂ, ਇਮੋਸ਼ਨਲ ਹੋ ਗਈ ਮੈਂ। ਲੋਕ ਮਰ ਰਹੇ ਆ। ਔਰ ਲੋਕ ਖੜੇ ਤਮਾਸ਼ਾ ਦੇਖਦੇ ਆ ਹੀਰੋਗਿਰੀ ਦੇ ਚੱਕਰ 'ਚ। ਆਪ ਉੱਥੋਂ ਭੱਜ ਜਾਣਾ। ਅਸੀਂ ਸਿਆਣੇ ਬਣੀਏ, ਅਸੀਂ ਸਿਰਫ ਜਿੰਨੇ ਸਾਡੀ ਜਥੇਬੰਦੀਆਂ ਅਸੀਂ ਉਹਨਾਂ ਨੂੰ ਫੋਲੋ ਕਰੀਏ। ਸਿਰਫ ਸਾਡਾ ਇਹ ਕੰਮ ਹੈ। ਅਸੀਂ ਉਹਨਾਂ ਅੱਜ ਦੁਨੀਆ ਇਸ ਸੰਘਰਸ਼ ਨੂੰ ਦੇਖ ਰਹੀ ਹੈ। ਸਾਡੇ ਕਿਸਾਨੀ ਝੰਡੇ ਨੂੰ ਦੇਖ ਕੇ ਸਲੂਟ ਵੱਜਦੇ ਆ। ਸਾਡੀ ਤਾਕਤ ਇਸ ਵੇਲੇ ਸਾਡਾ ਕਿਸਾਨੀ ਝੰਡਾ, ਸਿਰਫ ਕਿਸਾਨੀ ਝੰਡਾ। ਅੱਜ ਜਿੰਨੇ ਵੀ ਲੋਕ ਦਿੱਲੀ ਦੇ ਬਾਰਡਰਾਂ ਤੇ, ਸਿੰਘੂ ਬਾਰਡਰ, ਟਿੱਕਰੀ ਬਾਰਡਰ, ਜਿੱਥੇ ਵੀ ਆਏ ਉਹ ਕਿਸਾਨੀ ਝੰਡੇ ਦੇ ਹੇਠ ਆਏ ਆ। ਉਹ ਕਿਸੇ ਇੰਡੀਵਿਜੂਅਲ ਰਿਲੀਜਨ ਦੇ ਥੱਲੇ ਨਹੀਂ ਆਏ, ਕਿਸੇ ਝੰਡੇ ਦੇ ਥੱਲੇ ਨਹੀਂ ਆਏ। ਅਗਰ ਅੱਜ ਅਸੀਂ ਬੈਠੇ ਹਾਂ ਉੱਥੇ, ਅੱਜ ਦੁਨੀਆ ਬੈਠੀ ਹੈ, ਉਹ ਕਿਸਾਨੀ ਦੇ ਲਈ ਬੈਠੀ ਆ, ਉਹ ਕਿਸਾਨੀ ਝੰਡੇ ਦੇ ਥੱਲੇ ਬੈਠੀ ਹੈ। ਸਾਨੂੰ ਸਿਰਫ ਇੱਕੋ ਗੱਲ ਯਾਦ ਰੱਖਣੀ ਚਾਹੀਦੀ ਹੈ, ਸਾਡਾ ਸੰਘਰਸ਼ ਕਿਸਾਨੀ ਸੰਘਰਸ਼ ਹੈ। ਇਹਨੂੰ ਅਸੀਂ ਹੋਰ ਪਾਸੇ ਨਹੀਂ ਲੈ ਕੇ ਜਾਣਾ। ਇਹ ਗੱਲ ਅਸੀਂ ਕਲੀਅਰ ਕਰ ਲਈਏ। ਔਰ ਜਿਹੜੇ ਕੱਲ੍ਹ ਵੀ ਜਾਨ ਗਈ ਹੈ, ਉਹ ਜਿੱਥੋਂ ਤੱਕ ਸਾਨੂੰ ਖਬਰ ਮਿਲ ਰਹੀ ਹੈ, ਉਹ ਟਰੈਕਟਰ ਦੇ ਥੱਲੇ ਆ ਕੇ ਮਰਿਆ ਮੁੰਡਾ। ਉਹਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਐਕਸੀਡੈਂਟ ਹੋਇਆ, ਐਕਸੀਡੈਂਟਲੀ ਉਹਦਾ ਟਰੈਕਟਰ ਪਲਟਿਆ, ਉਹਦੀ ਡੈਥ ਹੋ ਗਈ। ਜਿਨ੍ਹਾਂ ਨੇ ਇਹ ਵੀ ਖਬਰ ਅਗਰ ਫੈਲਾਈ ਹੈ ਕਿ ਗੋਲੀ ਵੱਜੀ ਹੈ,
ਗਲਤ ਅਫਵਾਹਾਂ ਨਾ ਫੈਲਾਈਏ ਜਾਣ, ਅਸੀਂ ਅਫਵਾਹਾਂ ਤੋਂ ਦੂਰ ਰਹੀਏ। ਰਿਐਲਿਟੀ ਨੂੰ ਅਗਰ ਸਪਰੈਡ ਕਰਨਾ, ਰਿਐਲਿਟੀ ਕਰੀਏ, ਆਪਾਂ ਅਫਵਾਹਾਂ ਦੇ ਵਿੱਚ ਨਾ ਜਾਈਏ ਔਰ ਸਾਰੀਆਂ ਅਫਵਾਹਾਂ ਤੋਂ ਬਚੀਏ, ਕਿਉਂਕਿ ਅਫਵਾਹਾਂ ਪੂਰੇ ਸੰਘਰਸ਼ ਨੂੰ ਖਰਾਬ ਕਰ ਦਿੰਦੀਆਂ। ਫੋਲੋ ਕਰਨਾ ਸਿਰਫ ਜਥੇਬੰਦੀਆਂ ਨੂੰ ਫੋਲੋ ਕਰੋ। ਕਿਸੇ ਜ਼ਿੰਦਾਬਾਦ ਹੈ ਤਾਂ ਸਿਰਫ ਕਿਸਾਨੀ ਜ਼ਿੰਦਾਬਾਦ ਹੈ, ਕਿਸਾਨੀ ਜ਼ਿੰਦਾਬਾਦ ਹੋਣੀ ਚਾਹੀਦੀ ਹੈ। ਸਭ ਨੂੰ ਭੁੱਲ ਜਾਓ, ਸਿਰਫ ਜਥੇਬੰਦੀਆਂ ਤੁਹਾਨੂੰ ਜੋ ਪ੍ਰੋਗਰਾਮ ਦੇਣਗੀਆਂ। ਰਾਜੇਵਾਲ ਸਾਹਿਬ ਹੈਗੇ ਆ ਬਾਪੂ ਸਾਡੇ, ਉਹਨਾਂ ਦੀ ਗੱਲ ਸੁਣੋ। ਜਿੰਨੀਆਂ ਜਥੇਬੰਦੀਆਂ ਉੱਥੇ ਬੈਠੀਆਂ ਨੇ ਤੁਸੀਂ ਉਹਨਾਂ ਦੀ ਗੱਲ ਸੁਣੋ, ਅਸੀਂ ਉਹਨਾਂ ਨੂੰ ਇਗਨੋਰ ਨਾ ਕਰੀਏ। ਔਰ ਪਲੀਜ਼ ਆਪਾਂ ਨੈਗੇਟਿਵਿਟੀ ਤੋਂ ਦੂਰ ਰਹੀਏ ਸਾਰੇ। ਨੈਗੇਟਿਵਿਟੀ ਬਹੁਤ ਕੁਝ ਖਰਾਬ ਕਰ ਸਕਦੀ ਆ। ਨੈਗੇਟਿਵਿਟੀ ਅਫਵਾਹਾਂ ਨੇ, ਆਪਾਂ ਇਹਨਾਂ ਅਫਵਾਹਾਂ ਤੋਂ ਦੂਰ ਰਹੀਏ ਔਰ ਚੰਗੀ ਚੀਜ਼ ਨੂੰ ਸਪਰੈਡ ਕਰੀਏ। ਬਹੁਤ ਕੁਝ ਹੋਣਾ ਹੈ, ਬਹੁਤ ਕੁਝ ਹੋਣਾ ਹੈ, ਸਬਰ ਦੇ ਨਾਲ ਚੱਲੀਏ। ਬਸ ਮੈਂ ਨਾ ਕਹੂੰਗੀ। ਅਸੀਂ ਕਹਿੰਦੇ ਥੱਕ ਗਏ। 26 ਤਰੀਕ ਨੂੰ ਪਲੀਜ਼ ਸਾਰੇ ਸਬਰ ਦੇ ਨਾਲ ਚੱਲਿਓ। ਕੋਈ ਕਿਸੇ ਤਰ੍ਹਾਂ ਦਾ ਉੱਥੇ ਹੁੱਲੜਬਾਜ਼ੀ ਨਹੀਂ ਹੋਣੀ ਚਾਹੀਦੀ, ਉੱਥੇ ਸ਼ਾਂਤਮਈ ਤਰੀਕੇ ਦੇ ਨਾਲ ਹੋਣਾ ਚਾਹੀਦਾ। ਹਰ ਇੱਕ ਬੰਦੇ ਦੇ ਮੂੰਹ ਤੋਂ ਇਹੀ ਆਵਾਜ਼ ਆਉਂਦੀ ਸੀਗੀ, ਵਿੱਚ ਬੰਦੇ ਆਏ ਆ, ਬਾਹਰਲੇ ਬੰਦੇ ਆਏ ਆ, ਉਹਨਾਂ ਨੇ ਕੰਮ ਖਰਾਬ ਕੀਤਾ। ਸਾਰੀ ਦੁਨੀਆ ਨੂੰ ਪਤਾ ਇਹ ਹੋਣਾ ਸੀਗਾ, ਇਸ ਗੱਲ ਦਾ ਵੀ ਪਤਾ ਸੀਗਾ। ਇਸੇ ਕਰਕੇ ਅਵੇਅਰ ਹੋਣ ਲਈ ਤੁਹਾਨੂੰ ਵਾਰ-ਵਾਰ ਵਾਰਨਿੰਗ ਦਿੱਤੀਆਂ ਜਾ ਰਹੀਆਂ ਸੀਗੀਆਂ। ਕਿਸੇ ਦੇ ਪਿੱਛੇ ਨਾ ਲੱਗਿਓ। ਗੱਡੀ ਜੇ ਕੋਈ ਟਰੈਕਟਰ ਲੱਗਦਾ ਹੈ ਅੱਗੇ ਤੋਂ ਆਗੂਆਂ ਦਾ ਹੋਣਾ ਚਾਹੀਦਾ ਸੀਗਾ, ਉਹਨਾਂ ਦੇ ਸਭ ਤੋਂ ਅੱਗੇ ਹੋਣੇ ਚਾਹੀਦੇ ਸੀ। ਉਹਨਾਂ ਤੋਂ ਪਹਿਲਾਂ ਹੀ ਬੈਰੀਕੇਡ ਤੋੜ ਦਿੱਤੇ ਗਏ। ਦਿੱਤੇ ਹੋਏ ਟਾਈਮ ਤੋਂ ਪਹਿਲਾਂ ਬੈਰੀਕੇਡ ਤੋੜ ਕੇ ਅੱਗੇ ਨਿਕਲਿਆ ਗਿਆ। ਅੱਗੇ ਜਾ ਕੇ ਫਿਰ ਰੂਟ ਚੇਂਜ ਹੋ ਗਿਆ। ਜੋ ਰੂਟ ਦਿੱਤਾ ਗਿਆ ਸੀ ਉਸ ਰੂਟ 'ਤੇ ਜਿਹੜੇ ਰੂਟ 'ਤੇ ਜਥੇਬੰਦੀਆਂ ਨੇ ਕਿਹਾ ਸੀ ਉਸ ਰੂਟ 'ਤੇ ਵੀ ਨਹੀਂ ਗਏ। ਆਪਣੇ ਹੀ ਰੂਟ ਉਹਨਾਂ ਨੇ ਬਣਾ ਲਏ ਔਰ ਬੜੇ ਹੀ ਆਰਾਮ ਦੇ ਨਾਲ ਲਾਲ ਕਿਲੇ ਤੱਕ ਵੀ ਪਹੁੰਚ ਗਏ। ਬਹੁਤ ਆਰਾਮ ਨਾਲ ਪੁਲਿਸ ਨੇ, ਜਿੱਥੇ ਚਿੜੀ ਨਹੀਂ ਫੜਕ ਸਕਦੀ ਉੱਥੇ ਸਾਡਾ ਇਹਨਾਂ ਆਵਾਮ ਕਿਵੇਂ ਪਹੁੰਚ ਗਿਆ। ਸੋਚਣ ਦੀ ਗੱਲ ਹੈ ਕਿੰਨੀ ਸਿਕਿਉਰਿਟੀ ਹੁੰਦੀ ਆ ਇਹਨਾਂ ਜਗ੍ਹਾਵਾਂ ਦੇ ਵਿੱਚ। ਹਾਲੇ ਵੀ ਅਸੀਂ ਜਾਗੀਏ, ਅਵੇਅਰ ਹੋ ਜਾਈਏ ਔਰ ਸਹਿਜਮਤੇ ਦੇ ਨਾਲ ਆਪਾਂ ਅੱਗੇ ਵਧੀਏ। ਇਹ ਜਿਹੜਾ ਸੰਘਰਸ਼ 4 ਮਹੀਨਿਆਂ ਦਾ ਐਵੇਂ ਨਾ ਰੁਲ ਜੇ। ਸਿਰਫ ਜਥੇਬੰਦੀਆਂ ਨੂੰ ਸੁਣੋ। ਮੈਂ ਵਾਰ-ਵਾਰ ਇੱਕੋ ਗੱਲ ਕਹਿ ਰਹੀ ਹਾਂ, ਸਿਰਫ ਜਥੇਬੰਦੀਆਂ ਦੀ ਆਵਾਜ਼ ਸੁਣੋ, ਉਹ ਕੀ ਕਹਿੰਦੀਆਂ ਨੇ। ਹੁਣ ਤਾਂ ਜੀ ਕਲਾਕਾਰਾਂ ਨੂੰ ਵੀ ਦੇਸ਼ ਦਰੋਹ ਦਾ ਕ੍ਰੈਡਿਟ ਦਿੱਤਾ ਜਾ ਰਿਹਾ, ਤਗਮੇ ਦਿੱਤੇ ਜਾ ਰਹੇ ਆ ਕਿ ਕਲਾਕਾਰ ਵੀ ਦੇਸ਼ ਦਰੋਹੀ ਨੇ। ਅਸੀਂ ਦੇਖ ਰਹੇ ਸੀ ਸਾਡੇ ਗਾਣੇ ਰਿਲੀਜ਼ ਹੋਏ ਨੇ ਔਰ ਗਾਣਿਆਂ ਦੇ ਥੱਲੇ ਜਿਹੜੇ ਅੰਨੇ ਭਗਤ ਨੇ ਉਹ ਆ ਰਹੇ ਨੇ, ਉਹ ਆ ਕੇ ਬਹੁਤ ਕੁਝ ਬੋਲ ਰਹੇ ਨੇ। ਕੋਈ ਪਰਵਾਹ ਨਹੀਂ ਹੈ, ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੈ। ਜੇ ਅੱਜ ਖੜੇ ਆ ਤੇ ਖੜੇ ਆ, ਦੁਨੀਆ ਇੱਧਰ ਦੀ ਉੱਧਰ ਹੋ ਜੇ ਕੋਈ ਗੱਲ ਨਹੀਂ। ਮੈਂ ਕੁੜੀ ਆ, ਮੈਂ ਕੁੜੀ ਹੋ ਕੇ ਨਹੀਂ ਡਰਦੀ। ਇਹ ਸਰਕਾਰ ਦੀਆਂ ਨੀਤੀਆਂ ਨੂੰ ਆਪਾਂ ਸਮਝੀਏ, ਉਹ ਕੀ ਚਾਹੁੰਦੇ ਨੇ। ਅਸੀਂ ਉਹਨਾਂ ਦੀ ਸਾਜ਼ਿਸ਼ਾਂ ਨੂੰ ਅਸੀਂ ਅੰਜਾਮ ਨਾ ਦਈਏ। ਉਹ ਬਹੁਤ ਕੁਝ ਭੜਕਾਉਣ ਦੀ ਕੋਸ਼ਿਸ਼ ਕਰਨਗੇ, ਆਪਣੇ ਬੰਦੇ ਭੇਜ ਕੇ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ। 26 ਤਰੀਕ ਤੋਂ ਪਹਿਲਾਂ ਵੀ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਉਹਨਾਂ ਦੀ ਇੱਕ ਪੇਸ਼ ਨਹੀਂ ਆਈ। ਪਰ 26 ਤਰੀਕ ਨੂੰ ਜਦੋਂ ਪਤਾ ਸੀਗਾ ਕਿ ਆਵਾਮ ਬਹੁਤ ਹੋਣਾ ਹੈ, ਬਹੁਤ ਸਾਰੇ ਟਰੈਕਟਰ ਹੋਣਗੇ, ਸਾਡੇ ਬੰਦੇ ਹੈਗੇ ਭੋਲੇ, ਛੇਤੀ ਪਿੱਛੇ ਲੱਗ ਜਾਂਦੇ ਆ। ਉਹਨਾਂ ਨੂੰ ਪਤਾ ਸੀ ਇਸ ਗੱਲ ਦਾ। ਅਸੀਂ ਜਦੋਂ ਜਿਹੜਾ ਜਨੂਨ ਹੈਗਾ ਨਾ, ਜੋਸ਼ ਜਿਹੜਾ ਹੁੰਦਾ, ਉਹ ਜਨੂਨ ਦੇ ਵਿੱਚ ਬੰਦਾ ਸਹੀ ਗਲਤ ਨੂੰ ਥੋੜਾ ਘੱਟ ਪਹਿਚਾਣਦਾ। ਉਹੀ ਗੱਲ ਹੋਈ, ਕਿਸ ਤਰ੍ਹਾਂ ਅੱਗੇ ਲੈ ਗਏ ਉਹ, ਕਿਸ ਤਰ੍ਹਾਂ ਸਾਰਾ ਕੁਝ ਕਰਵਾ ਗਏ। ਮੇਰੇ ਤੋਂ ਨਾ ਗੱਲ ਵੀ ਨਹੀਂ ਹੋ ਰਹੀ। ਮੈਂ ਕੱਲ ਦੇ ਅਗਰ ਸੋਚਦੀ ਹਾਂ, ਮੈਨੂੰ ਬਹੁਤ ਜ਼ਿਆਦਾ ਉਹ ਹੋ ਜਾਂਦਾ ਮੈਨੂੰ ਕਿ ਨਹੀਂ ਹੋਣਾ ਚਾਹੀਦਾ ਸੀਗਾ। ਮੈਂ ਵਾਰ-ਵਾਰ ਇੱਕੋ ਹੀ ਗੱਲ ਕਹਿ ਰਹੀ ਹਾਂ, ਜਥੇਬੰਦੀਆਂ ਦੀ ਸੁਣੀਏ। ਜਿਹੜੇ ਲੋਕ ਹੀਰੋਗਿਰੀ ਭਾਲ ਰਹੇ ਨੇ, ਹੁਣ ਅਸੀਂ ਸਟਾਪ ਕਰ ਦਈਏ। ਇਹਨਾਂ ਨੂੰ ਕੀ ਨੌਲੇਜ ਹੈ, ਕਿੱਥੋਂ ਦੀ ਨੌਲੇਜ ਹੈ, ਕੀ ਇਹਨਾਂ ਦੀ ਇਹਦੀ ਕ੍ਰੈਡੀਬਿਲਿਟੀ ਕੀ ਹੈਗੀ ਇਹਨਾਂ ਦੀ। ਕੁਛ ਇਹਨਾਂ ਦਾ ਸਾਨੂੰ ਦੱਸੋ, ਇਹਨਾਂ ਨੇ ਕੀਤਾ ਕੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ, ਸਾਨੂੰ ਦੱਸੋ। ਕਿਉਂ ਲੋਕ ਉਹਨਾਂ ਦੇ ਪਿੱਛੇ ਲੱਗਣ?
ਜਿਨ੍ਹਾਂ ਦਾ ਐਕਸਪੀਰੀਅੰਸ ਇੰਨੇ ਸਾਲਾਂ ਦਾ ਹੈ, ਉਹ ਕਮਲੇ ਨਹੀਂ ਆ ਲੋਕ। ਸਾਡੇ ਨਾਲ ਕੋਈ ਐਡੀ ਵੱਡੀ ਚਾਲ ਖੇਡ ਜਾਏ ਤੇ ਅਸੀਂ ਚੁੱਪ ਕਰਕੇ ਬਹਿ ਜਾਈਏ। ਸੱਚਾਈ ਸਾਹਮਣੇ ਆਉਣੀ ਚਾਹੀਦੀ ਸੀ, ਸੱਚਾਈ ਆ ਗਈ ਹੈ ਸਾਹਮਣੇ ਇਸ ਗੱਲ ਦੀ। ਔਰ ਸਾਰੇ ਸਾਡੇ ਜਿੰਨੇ ਵੀ ਸਾਡੇ ਉੱਥੇ ਕਿਸਾਨ ਬੈਠੇ ਨੇ ਵੀਰ, ਉਹ ਇਹ ਅੰਦੋਲਨ ਇਸੇ ਤਰ੍ਹਾਂ ਅੱਗੇ ਵਧਾਉਣਾ। ਜੋ ਹੋ ਗਿਆ ਉਹ ਪਲੈਨਿੰਗ ਸੀਗੀ, ਉਹ ਪਲੈਨਿੰਗ ਦੇ ਦੌਰਾਨ ਹੋ ਗਿਆ। ਕਿਉਂਕਿ ਜਦੋਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਹੁੰਦੇ ਨੇ ਔਰ ਜੋਸ਼ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਜੋਸ਼ 'ਚ ਬੜਾ ਕੁਝ ਹੋ ਜਾਂਦਾ ਹੈ। ਇਹ ਕੀਤਾ ਨਹੀਂ ਗਿਆ, ਕਰਵਾਇਆ ਗਿਆ। ਸੋ ਕੋਈ ਗੱਲ ਨਹੀਂ, ਇਹ ਅੰਦੋਲਨ ਨੂੰ ਅੱਗੇ ਵਧਾਉਣਾ ਹੈ, ਅਸੀਂ ਸਾਰਿਆਂ ਨੇ ਵਧਾਉਣਾ। ਤੁਸੀਂ ਸਾਰੇ ਸਾਥ ਦਿਓ। ਜੋ ਜਥੇਬੰਦੀਆਂ ਕਹਿੰਦੀਆਂ, ਜਥੇਬੰਦੀਆਂ ਦੇ ਹਿਸਾਬ ਨਾਲ ਚੱਲਣਾ ਅੱਗੇ। ਕਿਸੇ ਨੂੰ ਹੀਰੋ ਦਾ ਟੈਗ ਕੋਈ ਚਾਹੁੰਦਾ ਨਾ ਕਿ ਮੇਰੀ ਚੌਧਰ ਚੱਲੇ, ਅਸੀਂ ਕਿਸੇ ਨੂੰ ਚੌਧਰ ਨਹੀਂ ਦੇਣੀ। ਈਵਨ ਮੈਂ ਤਾਂ ਇਹ ਵੀ ਕਹਿੰਦੀ ਹਾਂ, ਜਥੇਬੰਦੀਆਂ ਤੱਕ ਮੈਂ ਇਹ ਮੈਸੇਜ ਪਹੁੰਚਾਉਣਾ ਚਾਹੁੰਦੀ ਹਾਂ ਕਿ ਸਟੇਜ 'ਤੇ ਵੀ ਅਗਰ ਕਿਸੇ ਨੂੰ ਬੋਲਣ ਲਈ ਮੌਕਾ ਦੇਣਾ, ਇੱਥੇ ਸਟੇਜ 'ਤੇ ਬੋਲਣ ਲਈ ਬਹੁਤ ਕੁਝ ਹੁੰਦਾ ਸੀਗਾ। ਫਲਾਣੇ ਨੂੰ ਨਹੀਂ ਚੜਾਉਣਾ, ਫਲਾਣੇ, ਉਹ ਸਹੀ ਸੀਗੇ, ਉਹ ਬਹੁਤ ਸਹੀ ਸੀਗੇ, ਉਹ ਨਹੀਂ ਚੜਨ ਦਿੰਦੇ ਸੀ। ਅੱਜ ਤੱਕ ਉਹਨਾਂ ਨੇ ਜੋ ਉਹਨਾਂ ਦੇ ਡਿਸੀਜਨ ਸੀਗੇ, ਮੈਂ ਐਪਰੀਸ਼ੀਏਟ ਕਰਦੀ ਹਾਂ ਉਹਨਾਂ ਦੇ ਉਸ ਡਿਸੀਜਨ ਨੂੰ ਕਿ ਅਗਰ ਉਹ ਕਿਸੇ ਨੂੰ ਨਹੀਂ ਚੜਨ ਦਿੰਦੇ ਸੀ, ਉਹਦਾ ਕੋਈ ਕਾਰਨ ਸੀਗਾ। ਉਹਨਾਂ ਨਾਲੋਂ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ, ਉਹਨਾਂ ਨੂੰ ਪਤਾ ਸੀਗਾ। ਮੈਂ ਤਾਂ ਕਹਿੰਦੀ ਕਲਾਕਾਰਾਂ ਨੂੰ ਵੀ ਸਟੇਜ 'ਤੇ ਨਾ ਬੋਲਣ ਦਾ ਮੌਕਾ ਦੇਣ। ਕਲਾਕਾਰ ਆਪਣੇ ਤਰੀਕੇ ਦੇ ਨਾਲ ਸਪੋਰਟ ਕਰਨ, ਉਹ ਗਾਣੇ ਕਰਨ। ਉਗਰਾਹਾਂ ਮੈਂ ਤੁਹਾਨੂੰ ਦੱਸਦੀ ਹਾਂ, ਟਿੱਕਰੀ ਬਾਰਡਰ ਅਸੀਂ ਗਏ, ਉੱਥੇ ਇੱਕ ਸਟੇਜ ਲੱਗੀ, ਉੱਥੇ 2 ਸਟੇਜਾਂ ਸੀਗੀਆਂ। ਇੱਕ ਸਟੇਜ ਸੀਗੀ, ਮੈਨੂੰ ਨਹੀਂ ਪਤਾ ਉਹ ਕਿਹਨਾਂ ਦੀ ਸਟੇਜ ਸੀਗੀ, 2 ਸਟੇਜਾਂ ਸੀਗੀਆਂ ਉੱਥੇ, ਅਲੱਗ-ਅਲੱਗ ਸਟੇਜਾਂ। ਤੇ ਸ਼ਾਇਦ ਉਗਰਾਹਾਂ ਦੀ ਸਟੇਜ ਸੀਗੀ ਜਾਂ ਕਿਸੇ ਦੀ, ਮੈਨੂੰ ਨਹੀਂ ਆਈਡੀਆ ਉਸ ਗੱਲ ਦਾ, ਕਿਉਂਕਿ ਮੈਨੂੰ ਜਥੇਬੰਦੀਆਂ ਬਾਰੇ ਬਿਲਕੁਲ ਨੌਲੇਜ ਨਹੀਂ ਹੈਗੀ, ਕਿਹੜੀ ਕਿੱਥੇ ਜਥੇਬੰਦੀ ਹੈਗੀ ਹੈ। ਸਿਰਫ ਮੈਨੂੰ ਇੰਨਾ ਕੁ ਪਤਾ ਕਿ ਉੱਥੇ ਸ਼ਾਇਦ ਉਹ ਕੋਈ ਜਥੇਬੰਦੀ ਸੀਗੀ ਔਰ ਉਹਨਾਂ ਦਾ ਸਟੇਜ ਲੱਗਾ ਹੋਇਆ ਸੀਗਾ। ਔਰ ਉੱਥੇ ਉਹਨਾਂ ਨੇ ਕਲਾਕਾਰਾਂ ਦਾ ਉਹਨਾਂ ਨੂੰ ਉੱਥੇ ਕਲਾਕਾਰਾਂ ਨੂੰ ਨਹੀਂ ਬੋਲਣ ਦਿੱਤਾ ਜਾਂਦਾ ਸੀਗਾ। ਉੱਥੇ ਸਿਰਫ ਕਿਸਾਨ ਆਗੂ ਬੋਲਦੇ ਸੀਗੇ ਜਾਂ ਕੋਈ ਸੋਸ਼ਲ ਵਰਕਰ ਆਉਂਦੇ ਸੀਗੇ, ਦੂਸਰੇ ਸਟੇਟਸ ਤੋਂ ਆਉਂਦੇ ਸੀ, ਉਹਨਾਂ ਨੂੰ ਬੋਲਣ ਦਿੱਤਾ ਜਾਂਦਾ ਸੀਗਾ। ਤੇ ਕਲਾਕਾਰਾਂ ਦਾ ਆ ਕੇ ਸਟੇਜਾਂ 'ਤੇ ਬੋਲਣਾ ਕੋਈ ਜ਼ਰੂਰੀ ਨਹੀਂ ਹੈ, ਐਕਟਰਸ ਦਾ ਆ ਕੇ ਇੱਥੇ ਬੋਲਣਾ ਕੋਈ ਜ਼ਰੂਰੀ ਨਹੀਂ ਹੈਗਾ। ਉਹ ਆਪਣੇ ਤਰੀਕੇ ਦੇ ਨਾਲ ਆਪਣੇ ਸੋਸ਼ਲ ਮੀਡੀਆ 'ਤੇ ਬਿਲਕੁਲ ਉਹ ਲੋਕਾਂ ਨੂੰ ਅਵੇਅਰ ਕਰ ਸਕਦੇ ਨੇ, ਮੋਟੀਵੇਟ ਕਰ ਸਕਦੇ ਆਪਣੇ ਗਾਣਿਆਂ ਦੇ ਰਾਹੀਂ, ਆਪਣੀ ਫਿਲਮਸ ਦੇ ਰਾਹੀਂ ਉਹ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਆ। ਮੈਂ ਵੀ ਜਿੰਨੀ ਵਾਰ ਗਈ ਹਾਂ, ਮੈਨੂੰ ਵੀ ਸਿਰਫ ਬੋਲਣ ਲਈ ਕਿਹਾ ਜਾਂਦਾ ਸੀਗਾ, ਮੈਂ ਤਾਂ ਬੋਲਦੀ ਸੀ। ਮੇਰਾ ਬਿਲਕੁਲ ਨਾ ਮੈਂ ਨਾ ਮੀਡੀਆ ਦੇ ਅੱਗੇ ਜਾਂਦੀ ਸੀਗੀ, ਨਾ ਮੈਂ ਜਿੰਨਾ ਵੀ ਕੰਮ ਕਰਦੀ ਸੀ ਮੈਂ ਗਰਾਊਂਡ ਲੈਵਲ 'ਤੇ ਕਰ ਰਹੀ ਸੀਗੀ। ਮੈਨੂੰ ਬਿਲਕੁਲ ਸ਼ੌਂਕ ਨਹੀਂ ਕਿ ਮੈਂ ਮੀਡੀਆ 'ਚ ਆ ਕੇ ਗੱਲ ਕਰਾਂ, ਮੈਂ ਬੋਲਾਂ ਜਾਂ ਕੁਛ ਕਰਾਂ, ਮੈਂ ਸਟੇਜਾਂ 'ਤੇ ਜਾਂ। ਮੈਨੂੰ ਲੱਗਦਾ ਕਿ ਇਹ ਸਟੇਜ ਹੁਣ ਕਲਾਕਾਰਾਂ ਲਈ, ਕਿ ਬਾਹਰਲੇ ਲੋਕਾਂ ਲਈ ਮੇਰੇ ਖਿਆਲ ਨਾਲ ਬੰਦ ਕਰ ਦੇਣੇ ਚਾਹੀਦੇ ਆ। ਸਿਰਫ ਉੱਥੇ ਕਿਸਾਨ ਆਗੂ ਬੋਲਣ, ਜਿਨ੍ਹਾਂ ਦੇ ਵਾਕਈ ਹੀ ਕੋਈ ਕੰਮ ਕੀਤੇ ਹੋਏ ਆ ਉਹ ਬੋਲਣ। ਅਸੀਂ ਮੋਟੀਵੇਟ ਆਪਣੇ ਸੋਸ਼ਲ ਮੀਡੀਆ ਤੋਂ ਕਰ ਸਕਦੇ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਜੋ ਗੱਲ ਕਹਿ ਰਹੀ ਹਾਂ ਸਹੀ ਕਹਿ ਰਹੀ ਹਾਂ, ਗਲਤ ਕਹਿ ਰਹੀ ਹਾਂ। ਮੇਰਾ ਇਹ ਪੱਖ ਹੈਗਾ, ਮੈਂ ਆਪਣਾ ਪੱਖ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕੀਤਾ, ਕਿਉਂਕਿ ਫਿਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸ਼ਾਇਦ ਅਸੀਂ ਇੱਥੇ ਬੈਠ ਕੇ ਨਹੀਂ ਬੋਲ ਸਕਦੇ, ਉਹ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਜੋ ਮੈਂ ਮਹਿਸੂਸ ਕੀਤਾ ਮੈਂ ਉਹ ਗੱਲ ਕਹੀ ਹੈ ਤੁਹਾਡੇ, ਮੈਂ ਆਪਣਾ ਪੱਖ ਰੱਖਿਆ। ਅਗਰ ਇਹ ਜਥੇਬੰਦੀਆਂ ਤੱਕ ਗੱਲ ਪਹੁੰਚਦੀ ਹੈ ਤਾਂ ਇਹਦੇ 'ਤੇ ਜ਼ਰੂਰ ਵਿਚਾਰ ਕਰਨ। ਔਰ ਮੈਂ ਦਿਲੋਂ ਰਿਸਪੈਕਟ ਕਰਦੀ ਹਾਂ ਸਾਡੇ ਜਿੰਨੇ ਵੀ ਸਾਡੇ ਲੀਡਰਸ ਨੇ, ਜਿਹੜੇ ਸੱਚੇ ਲੀਡਰਸ ਨੇ, ਜਿਹੜੇ ਵਾਕਈ ਹੀ ਕਦੇ ਨਾ ਵਿਕਣ ਵਾਲੇ ਨੇ, ਉਹਨਾਂ 'ਤੇ ਮੈਂ ਦਿਲੋਂ ਰਿਸਪੈਕਟ ਕਰਦੀ ਹਾਂ। ਔਰ ਇਹਨਾਂ ਦੇ ਨਾਲ ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਜੁੜੀਏ, ਖੜੀਏ ਔਰ ਇਹਨਾਂ ਦਾ ਸਾਥ ਦਈਏ। ਔਰ ਆਪਣੇ ਪੂਰੇ
ਜਿਹੜਾ ਭਾਈਚਾਰਾ ਹੈ ਇਸ ਭਾਈਚਾਰੇ ਨੂੰ ਇਸੇ ਤਰ੍ਹਾਂ ਬਣਾ ਕੇ ਰੱਖੀਏ ਔਰ ਇਸ ਅੰਦੋਲਨ ਨੂੰ ਹੋਰ ਸਟਰੋਂਗ ਬਣਾਈਏ। ਜੋ ਸਰਕਾਰ ਦੀਆਂ ਨੀਤੀਆਂ ਸੀਗੀਆਂ ਜੋ ਖਰਾਬ ਕਰਨਾ ਚਾਹੁੰਦੇ ਸੀ ਸ਼ਰਾਰਤੀ ਅਨਸਰ, ਉਹਨਾਂ ਨੇ ਇੱਕ ਵਾਰ ਕੋਸ਼ਿਸ਼ ਕਰ ਲਈ ਪਰ ਹੱਲੇ ਵੀ ਸਾਡੇ ਹੱਥਾਂ 'ਚ ਹੈ ਸਾਰਾ ਕੁਝ। ਅਸੀਂ ਜਿਸ ਪਾਵਰ ਦੇ ਨਾਲ, ਜਿਸ ਸ਼ਾਂਤੀ ਦੇ ਨਾਲ ਅਸੀਂ ਇਸ ਅੰਦੋਲਨ ਨੂੰ ਇੱਥੋਂ ਤੱਕ ਲੈ ਕੇ ਆਏ, ਅਸੀਂ ਹੋਰ ਅੱਗੇ ਵੀ ਜਾ ਸਕਦੇ ਹਾਂ ਲੈ ਕੇ। ਬਸ ਇਸੇ ਤਰ੍ਹਾਂ ਏਕਾ ਰੱਖਿਓ ਔਰ ਸਬਰ ਰੱਖਿਓ, ਅਸੀਂ ਜਿੱਤਾਂਗੇ ਜ਼ਰੂਰ। ਬਹੁਤ ਕੋਸ਼ਿਸ਼ਾਂ ਹੋਣਗੀਆਂ ਇਸ ਤਰ੍ਹਾਂ ਦੀਆਂ, ਹੋਰ ਸ਼ਰਾਰਤੀ ਬੰਦੇ ਵਿੱਚ ਭੇਜੇ ਜਾਣਗੇ, ਅਨਸਰ ਭੇਜੇ ਜਾਣਗੇ। ਅਸੀਂ ਬਸ ਅਵੇਅਰ ਰਹਿਣਾ ਔਰ ਜਿੱਤਣਾ। ਮੈਨੂੰ ਬਹੁਤ ਦੁੱਖ ਹੈ ਕੱਲ ਜਿਹੜਾ ਮੁੰਡਾ ਜਿਹਨੇ ਆਪਣੀ ਜਾਨ ਗਵਾਈ ਹੈ, ਮੈਨੂੰ ਦੁੱਖ ਹੈ ਉਸ ਗੱਲ ਦਾ। ਪਰ ਮੈਂ ਉਸ ਚੀਜ਼ ਨਾਲ ਜੁੜੀ ਹੋਈ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਜੋਸ਼ ਦੇ ਵਿੱਚ ਕਦੇ ਹੋਸ਼ ਨਹੀਂ ਗਵਾਉਣਾ। ਕੱਲ ਜੋ ਹੋਇਆ ਉਹ ਜੋਸ਼ ਦੇ ਵਿੱਚ ਸੀਗਾ, ਉਹਦਾ ਟਰੈਕਟਰ ਪਲਟ ਗਿਆ ਔਰ ਉਹਦੀ ਮੌਤ ਹੋ ਗਈ। ਆਪਣੇ ਘਰਦਿਆਂ ਦਾ ਇੱਕ ਵਾਰੀ ਪਿੱਛੇ ਸੋਚ ਲਿਆ ਕਰੋ, ਜੋਸ਼ ਦੇ ਵਿੱਚ ਹੋਸ਼ ਜ਼ਰੂਰ ਰੱਖਿਆ ਕਰੋ ਔਰ ਇਹ ਨਾ ਭੁੱਲੋ ਕਿ ਇੱਕ ਇਨਸਾਨ ਇੱਥੇ, ਇੱਕ ਬੰਦਾ, ਉਹ ਸਾਡੇ ਕਿਸਾਨੀ ਸੰਘਰਸ਼ ਦਾ ਉਹ ਮੇਨ ਹੀ ਆ। ਇਹ ਨਾ ਸੋਚੋ ਕਿ ਜਿਹੜੇ ਅੱਗੇ ਬੈਠੇ ਨੇ ਫਰੰਟ ਲਾਈਨ 'ਤੇ ਕੰਮ ਕਰ ਰਹੇ ਨੇ ਸਿਰਫ ਉਹੀ ਨੇ। ਹਰ ਇੱਕ ਦੀ ਓਨੀ ਹੀ ਹਿੱਸੇਦਾਰੀ ਆ ਇਹਦੇ ਵਿੱਚ ਜਿੰਨੀ ਸਾਡੇ ਲੀਡਰਸ ਦੀ ਆ। ਤੁਹਾਡੇ ਇੱਕ ਐਕਸ਼ਨ 'ਤੇ ਨਿਗਾਹ ਹੋਣੀ ਆ। ਕੌਣ ਕੀ ਕਰਦਾ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਊਗੀ, ਤੁਹਾਨੂੰ ਬਹੁਤ ਤੁਹਾਡੀ ਇਮੇਜ ਨੂੰ ਖਰਾਬ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਣੀ ਹੈ। ਅਸੀਂ ਕਿਸੇ ਨੂੰ ਮੌਕਾ ਨਾ ਦਈਏ ਔਰ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਤਾਂ ਬਿਲਕੁਲ ਨਹੀਂ ਕਰਨੀ। ਆਪਣੇ ਸਬਰ ਦੇ ਨਾਲ ਚੱਲੋ ਬਸ ਔਰ ਸੂਝਤਾ ਦੇ ਨਾਲ ਜੋ ਵੀ ਕਰਨਾ ਸੋਚ ਸਮਝ ਕੇ ਕਰਨਾ। ਸੋ ਮੈਂ ਕੁਝ ਕੁ ਪੁਆਇੰਟ ਸੀਗੇ ਜੋ ਮੈਂ ਸਾਂਝੇ ਕਰਨਾ ਚਾਹੁੰਦੀ ਸੀ। ਜਾਂਦੇ ਸਿਰਫ ਇੱਕ ਹੋਰ ਪੁਆਇੰਟ ਜਿਹੜਾ ਕਾਫੀ ਸਾਰੇ ਕਮੈਂਟ ਵੀ ਆ ਰਹੇ ਆ ਜਿਹਦੇ ਬਾਰੇ ਕਿ ਝੰਡੇ ਦੀ ਗੱਲ ਕਰੋ ਤੁਸੀਂ। ਜਦੋਂ ਅਸੀਂ ਕੱਲ ਟਿਕਰੀ ਬਾਰਡਰ ਤੋਂ ਟਰੈਕਟਰ ਪਰੇਡ ਸਟਾਰਟ ਕੀਤੀ ਆ, ਮੈਂ ਲੇਟ ਹੋ ਗਈ ਸੀਗੀ, ਮੈਂ ਅੱਗੇ ਨਹੀਂ ਪਹੁੰਚ ਪਾਈ, ਮੈਂ ਥੋੜਾ ਲੇਟ ਹੋ ਗਈ ਸੀ ਪਿੱਛੇ ਕਿਉਂਕਿ ਅਸੀਂ ਰਾਤ ਨੂੰ ਅਸੀਂ ਅਰਲੀ ਮਾਰਨਿੰਗ ਪਹੁੰਚੇ ਹਾਂ। ਅਸੀਂ ਰਾਤ ਨੂੰ ਚੱਲੇ ਸੀਗੇ 6-7 ਵਜੇ ਔਰ ਅਸੀਂ ਸਵੇਰੇ ਪਹੁੰਚੇ ਹਾਂ ਕਿਉਂਕਿ ਰਸਤੇ ਸਾਰੇ ਬਲੌਕ ਸੀਗੇ। ਸੋ ਅਸੀਂ ਘੰਟਾ ਕੁ ਨੈਪ ਲੈ ਕੇ, ਘੰਟਾ ਡੇਢ ਘੰਟਾ, ਤਾਂ ਫਿਰ ਉਸ ਤੋਂ ਬਾਅਦ ਪਹੁੰਚੇ ਸੀਗੇ। ਤਾਂ ਅਸੀਂ ਬਹੁਤ ਪਿੱਛੇ ਸੀਗੇ। ਮੈਂ ਦੇਖਿਆ ਹਰ ਟਰੈਕਟਰ ਤੇ ਇੱਕ ਝੰਡਾ ਕਿਸਾਨੀ ਦਾ ਸੀਗਾ ਜੋ ਸਾਡੀ ਜਥੇਬੰਦੀਆਂ ਵੱਲੋਂ ਅਪੀਲ ਹੋਈ ਸੀਗੀ। ਇੱਕ ਝੰਡਾ ਕਿਸਾਨੀ ਦਾ ਸੀਗਾ ਔਰ ਇੱਕ ਝੰਡਾ ਤਿਰੰਗਾ ਸੀਗਾ। ਤਾਂ ਸਾਡੇ ਲਈ ਤਾਂ ਦੋਨਾਂ ਦੀ ਰਿਸਪੈਕਟ ਓਨੀ ਆ ਔਰ ਕਿਸੇ ਨੇ ਵੀ ਡਿਸਰਿਸਪੈਕਟ ਨਹੀਂ ਕੀਤਾ। ਜਿਹੜੇ ਸ਼ਰਾਰਤੀ ਬੰਦਿਆਂ ਨੇ ਉੱਥੇ ਜਾ ਕੇ ਜੋ ਵੀ ਕੀਤਾ, ਮੈਂ ਵੀ ਨਹੀਂ ਕਹਿੰਦੀ ਉਹਨਾਂ ਨੇ ਕਿਸਾਨੀ ਝੰਡਾ ਵੀ ਲਾਇਆ, ਉਹਨਾਂ ਨੇ ਨਿਸ਼ਾਨ ਸਾਹਿਬ ਵੀ ਲਾਇਆ, ਉੱਥੇ ਤਿਰੰਗਾ ਵੀ ਉੱਤੇ ਝੂਲਦਾ ਰਿਹਾ। ਸੋ ਕਿਸੇ ਵੀ ਤਰ੍ਹਾਂ ਦਾ ਨਿਰਾਦਰ ਨਹੀਂ ਹੋਇਆ। ਜਿਹੜੇ ਲੋਕ ਕਹਿ ਰਹੇ ਨੇ ਨਿਰਾਦਰ ਹੋਇਆ, ਕਿਸੇ ਤਰ੍ਹਾਂ ਦਾ ਨਿਰਾਦਰ ਨਹੀਂ ਹੋਇਆ। ਔਰ ਉੱਥੇ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਦੇ ਦਿਮਾਗ 'ਚ ਕੀ ਸੀਗਾ ਉਹਦੀ ਕੋਈ ਰਿਸਪੌਂਸਿਬਿਲਿਟੀ ਨਹੀਂ ਲੈਂਦਾ, ਨਾ ਜਥੇਬੰਦੀ ਲੈ ਰਹੀ ਆ ਔਰ ਨਾ ਉਹ ਲਏਗੀ ਔਰ ਨਾ ਉਹਨਾਂ ਦਾ ਲੈਣਾ ਬਣਦਾ ਕਿਉਂਕਿ ਉਹ ਪ੍ਰੋਗਰਾਮ ਦੇ ਵਿੱਚ ਸੀਗਾ ਨਹੀਂ ਲਾਲ ਕਿਲੇ ਤੇ ਜਾਣਾ। ਕਿਸੇ ਵੀ ਜਥੇਬੰਦੀ ਦਾ ਪ੍ਰੋਗਰਾਮ ਨਹੀਂ ਸੀਗਾ, ਨਾ ਕਿਸੇ ਨੇ ਇੰਸਟਰਕਸ਼ਨ ਦਿੱਤੀ ਸੀ ਕਿ ਲਾਲ ਕਿਲਾ, ਕਿਉਂਕਿ ਸਿਰਫ ਰਿੰਗ ਰੋਡ ਤੇ ਜਾਣਾ ਸੀਗਾ ਮਾਰਚ ਔਰ ਇਹ ਪਰੇਡ ਸਿਰਫ ਉਹਨਾਂ ਦੇ ਵੱਲੋਂ ਸਿਰਫ ਰਿੰਗ ਰੋਡ ਤੇ ਹੋ ਕੇ ਔਰ ਯੂ ਟਰਨ ਲੈ ਕੇ ਵਾਪਸ ਆ ਗਈ। ਸੇਮ ਟਿਕਰੀ ਵੀ ਹੋਇਆ, ਨਾਂਗਲੋਈ ਤੱਕ ਗਈ, ਉੱਥੋਂ ਦੀ ਯੂ ਟਰਨ ਲੈ ਕੇ ਸਾਰੇ ਸ਼ਾਂਤਮਈ ਤਰੀਕੇ ਦੇ ਨਾਲ। ਉੱਥੇ ਮੈਂ ਖੁਦ ਸੀਗੀ ਟਿਕਰੀ ਬਾਰਡਰ ਔਰ ਉੱਥੇ ਕੋਈ ਸ਼ਰਾਰਤ ਨਹੀਂ ਹੋਈ, ਕੁਝ ਨਹੀਂ ਹੋਇਆ। ਬਿਨਾਂ ਵਜ੍ਹਾ ਤੋਂ ਪੁਲਿਸ ਨੇ ਉੱਥੇ ਟੀਅਰ ਗੈਸ ਦੇ ਗੋਲੇ ਛੱਡੇ, ਬਿਨਾਂ ਰੀਜ਼ਨ ਤੋਂ। ਕੋਈ ਇੱਥੇ ਹੁੱਲੜਬਾਜ਼ੀ ਨਹੀਂ ਹੋਈ ਸੀ, ਕੁਝ ਨਹੀਂ ਹੋਇਆ ਔਰ ਬੜੀ ਸ਼ਾਂਤਮਈ ਤਰੀਕੇ ਨਾਲ ਉਹ ਆਪਣਾ ਯੂ ਟਰਨ ਲੈ ਕੇ ਵਾਪਸ ਜਾ ਰਹੇ ਸੀ ਉਸ ਜਿੱਥੇ ਬੈਰੀਕੇਡ ਲੱਗੇ ਹੋਏ ਸੀਗੇ। ਅਸੀਂ ਕੀ ਕਹਿ ਸਕਦੇ ਹਾਂ ਇੱਥੋਂ? ਕੀ ਸਾਨੂੰ ਮੈਸੇਜ ਮਿਲਦਾ ਕਿ ਇਹ ਆਲਰੇਡੀ ਪਲੈਨਿੰਗ ਸੀਗੀ ਕਿ ਉੱਥੇ ਹਰ ਇੱਕ ਨੈਸ਼ਨਲ ਮੀਡੀਆ ਪਹੁੰਚਿਆ ਗਿਆ। ਨੈਸ਼ਨਲ ਮੀਡੀਆ ਕੋਲ ਫੁਟੇਜ ਨਹੀਂ ਮਿਲ ਰਹੀ ਸੀਗੀ ਉਹਨਾਂ ਨੂੰ ਕਿ ਅਸੀਂ ਇਹਨਾਂ ਨੂੰ ਬੁਰਾ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿਸਾਨਾਂ ਨੂੰ। ਉਹਨਾਂ ਨੂੰ ਕੱਲ ਫੁਟੇਜ ਮਿਲੀ, ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਹੀਂ ਹੋਈ ਟਿਕਰੀ ਬਾਰਡਰ ਤੇ, ਫਿਰ ਵੀ ਇਸ ਤਰ੍ਹਾਂ ਉਹਨਾਂ ਨੂੰ ਖਰਾਬ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਲਾਲ ਕਿਲਾ ਕਿਸੇ ਵੀ ਪਲੈਨਿੰਗ ਦੇ ਵਿੱਚ ਨਹੀਂ ਸੀਗਾ। ਉੱਥੇ ਕੌਣ ਗਿਆ, ਕਿਹਨੇ ਕੌਣ ਲੈ ਕੇ ਗਿਆ, ਉਹ ਸਭ ਤੁਹਾਡੇ ਸਾਹਮਣੇ ਹੈਗਾ ਔਰ ਅਸੀਂ ਹੁਣ ਬਸ ਜਾਗ ਜਾਈਏ, ਅਸੀਂ ਸਹੀ ਦੇ ਨਾਲ ਖੜੀਏ, ਜਥੇਬੰਦੀਆਂ ਨੂੰ ਅਸੀਂ ਸਪੋਰਟ ਕਰੀਏ, ਜਥੇਬੰਦੀਆਂ ਤੋਂ ਇਲਾਵਾ ਕਿਸੇ ਨੂੰ ਨਾ ਸੁਣੀਏ। ਮੇਰੀ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਅਪੀਲ ਹੈ, ਜਿਸ ਮਕਸਦ ਲਈ ਆਏ ਆ
ਉਸ ਮਕਸਦ ਨੂੰ ਸਿਰਫ ਟਾਰਗੇਟ ਰੱਖੀਏ। ਉਹ ਮੱਛੀ ਤੇ ਅੱਖ ਵਾਲੀ ਗੱਲ ਹੈਗੀ ਹੈ, ਉਹ ਚੇਤੇ ਰੱਖੀਏ ਕਿ ਸਾਡਾ ਟਾਰਗੇਟ ਸਿਰਫ ਕਿਸਾਨੀ, ਅਸੀਂ ਕਿਸਾਨੀ ਝੰਡੇ ਦੇ ਥੱਲੇ ਆਏ ਹਾਂ ਔਰ ਅਸੀਂ ਸਿਰਫ ਕਿਸਾਨੀ ਦੀ ਗੱਲ ਕਰਨੀ ਹੈ। ਅਸੀਂ ਹੋਰ, ਸਾਡੇ ਲਈ ਸਾਰੇ ਧਰਮ ਇੱਕੋ ਹੀ ਨੇ। ਔਰ ਇਹਨੂੰ ਅਗਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿਰਫ ਇੱਕੋ ਕੌਮ ਦੀ ਲੜਾਈ ਹੈ, ਨਹੀਂ, ਇਹ ਸਾਰੀ ਕੌਮਾਂ ਦੀ ਲੜਾਈ ਹੈ। ਅਸੀਂ ਸਾਰੇ ਇੱਕ ਹਾਂ, ਅਸੀਂ ਭਰਾ ਹਾਂ, ਸਾਰੇ ਆਪਸ ਦੇ ਵਿੱਚ ਇੱਕ ਨੇ। ਔਰ ਅਸੀਂ ਸਿਰਫ ਕਿਸਾਨੀ ਦੀ ਗੱਲ ਕਰਨੀ ਹੈ, ਕਿਸਾਨੀ ਝੰਡੇ ਦੀ ਗੱਲ ਕਰਨੀ ਹੈ। ਅਸੀਂ ਕਿਸਾਨੀ ਝੰਡੇ ਦੇ ਹੇਠ ਆਏ ਹਾਂ ਔਰ ਇਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਪਤਾ। ਕਿਸਾਨੀ ਜ਼ਿੰਦਾਬਾਦ, ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗੀ ਔਰ ਜਿੱਤਾਂਗੇ ਜ਼ਰੂਰ। ਬਸ ਹੌਸਲੇ ਦੇ ਨਾਲ ਤੁਸੀਂ ਸਾਰੇ ਏਕਾ ਰੱਖੋ। ਇਹ ਭਾਈਚਾਰਾ ਹੀ ਤੁਹਾਨੂੰ ਸਾਰਿਆਂ ਨੂੰ ਅੱਗੇ ਲੈ ਕੇ ਜਾਊਗਾ ਔਰ ਇੱਜ਼ਤ ਦੇ ਵਿੱਚ ਵੀ ਇਹੀ ਭਾਈਚਾਰਾ ਕੰਮ ਆਊਗਾ। ਸਤਿ ਸ਼੍ਰੀ ਅਕਾਲ ਜੀ।